ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ। ਤੁਸੀਂ ਵੇਖ ਰਹੇ ਹੋ ਸਾਡਾ ਖਾਸ ਇਮੀਗ੍ਰੇਸ਼ਨ ਸ਼ੋ ਉਡਾਰੀ ਵਿਦੇਸ਼ਾਂ ਨੂੰ। ਹਰ ਵਾਰ ਦੀ ਤਰ੍ਹਾਂ ਅੱਜ ਵੀ ਇਸ ਦੇ ਵਿੱਚ ਅਸੀਂ ਢੇਰ ਸਾਰੀ ਜਾਣਕਾਰੀ ਤੁਹਾਡੇ ਲਈ ਲੈ ਕੇ ਆਏ ਹਾਂ ਉਹਨਾਂ ਸਾਰੇ ਸਟੂਡੈਂਟਸ ਲਈ ਜੋ ਕਿਤੇ ਨਾ ਕਿਤੇ ਵਿਦੇਸ਼ ਤਾਂ ਜਾਣਾ ਚਾਹੁੰਦੇ ਨੇ, ਪਰ ਅੱਜ ਦੇ ਟਾਈਮ ਵਿੱਚ ਸਮਝ ਨਹੀਂ ਆ ਰਿਹਾ ਕਿ ਸਾਡੇ ਲਈ ਸਹੀ ਡੈਸਟੀਨੇਸ਼ਨ ਕੀ ਰਹਿਣ ਵਾਲੀ ਹੈ, ਸਹੀ ਫੈਸਲਾ ਅਸੀਂ ਕੀ ਕਰੀਏ। ਕਿਉਂਕਿ ਪਹਿਲਾ ਸਟੈਪ ਇਹ ਹੁੰਦਾ ਕਿ ਅਸੀਂ ਰਾਈਟ ਡਿਸੀਜਨ ਲਈਏ, ਤਾਂ ਹੀ ਅਸੀਂ ਜੋ ਆਪਣੇ ਸੁਪਨੇ ਸਾਕਾਰ ਕਰ ਸਕਦੇ ਹਾਂ, ਖਾਸ ਤੌਰ ਤੇ ਵਿਦੇਸ਼ ਜਾਂਦੇ। ਤੇ ਅੱਜ ਦੇ ਸਮੇਂ ਦੀ ਅਗਰ ਗੱਲ ਕਰੀਏ ਤਾਂ ਕੈਨੇਡਾ ਵਿੱਚ ਲਗਾਤਾਰ ਕਈ ਤਰ੍ਹਾਂ ਦੇ ਰਿਫਿਊਜ਼ਲਸ ਲੱਗ ਰਹੇ ਨੇ। ਸਟੂਡੈਂਟਸ ਹੁਣ ਸੋਚ ਰਹੇ ਨੇ ਕਿ ਕੈਨੇਡਾ ਅਸੀਂ ਜਾ ਨਹੀਂ ਸਕਦੇ, ਰਿਫਿਊਜ਼ਲ ਬਹੁਤ ਜ਼ਿਆਦਾ ਲੱਗ ਰਹੇ ਨੇ, ਆਸਟ੍ਰੇਲੀਆ ਵਾਲੇ ਅਸੀਂ ਜਾ ਨਹੀਂ ਸਕਦੇ। ਤੇ ਇਸ ਤੋਂ ਇਲਾਵਾ ਸਾਡੇ ਕੋਲ ਬਹੁਤ ਵਧੀਆ ਆਪਸ਼ਨ ਹੋਰ ਕਿਹੜੀ ਹੋ ਸਕਦੀ ਹੈ। ਅੱਜ ਅਸੀਂ ਉਸੇ ਆਪਸ਼ਨ ਦੇ ਉੱਪਰ ਗੱਲਬਾਤ ਕਰਨੀ ਹੈ। ਬਹੁਤ ਖਾਸ ਸ਼ੋਅ ਰਹਿਣ ਵਾਲਾ ਅੱਜ ਦਾ, ਇਸ ਲਈ ਪੂਰਾ ਸ਼ੋਅ ਤੁਸੀਂ ਜ਼ਰੂਰ ਧਿਆਨ ਨਾਲ ਸੁਣਨਾ। ਤੇ ਅੱਜ ਦੀ ਡਿਸਕਸ਼ਨ ਦੇ ਲਈ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਹਨ ਜੀ ਵਿਜ਼ਨ ਵੇ ਇਮੀਗ੍ਰੇਸ਼ਨਸ ਤੋਂ ਵੀਜ਼ਾ ਐਕਸਪਰਟਸ ਪਰਵੀਨ ਅਰੋੜਾ ਜੀ ਔਰ ਵਿਭਾ ਅਰੋੜਾ ਜੀ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜਿਵੇਂ ਕਿ ਮੈਂ ਪ੍ਰੋਗਰਾਮ ਦੇ ਸਟਾਰਟ ਵਿੱਚ ਗੱਲ ਕੀਤੀ ਹੈ ਕਿ ਰੀਸੈਂਟਲੀ ਆਪਾਂ ਦੇਖ ਰਹੇ ਹਾਂ ਕਿ ਕੈਨੇਡਾ ਵਿੱਚ ਬਹੁਤ ਜ਼ਿਆਦਾ ਰਿਫਿਊਜ਼ਲਸ ਕੰਟੀਨਿਊ ਆ ਰਹੇ ਨੇ, ਔਰ ਜੋ ਅਸੀਂ ਦੇਖ ਰਹੇ ਹਾਂ ਕਿ ਬੇਅੰਤ ਕੌਰ ਔਰ ਲਵਪ੍ਰੀਤ ਵਾਲਾ ਮਾਮਲਾ ਹੋਇਆ, ਉਸ ਤੋਂ ਬਾਅਦ ਵੀ ਕਿਤੇ ਨਾ ਕਿਤੇ ਕੈਨੇਡੀਅਨ ਗਵਰਨਮੈਂਟ ਥੋੜੀ ਸਟ੍ਰਿਕਟ ਇਹਨਾਂ ਚੀਜ਼ਾਂ ਨੂੰ ਲੈ ਕੇ ਹੋ ਜਾਏਗੀ ਕਿ ਬਹੁਤ ਫਰਾਡ ਕੇਸਿਸ ਹੋਣ ਲੱਗੇ ਨੇ ਨਾ। ਪਰ ਅੱਜ ਦੇ ਟਾਈਮ ਵਿੱਚ ਚਾਹੇ ਸਪਾਊਸ ਨਾਲ ਕੋਈ ਜਾਣਾ ਚਾਹੁੰਦਾ ਵੀਜ਼ਾ, ਆਪਣਾ ਸਪਾਊਸ ਵੀਜ਼ਾ ਵੀ ਲਗਵਾਉਣਾ ਚਾਹੁੰਦਾ, ਚਾਹੇ +2 ਵਾਲੇ ਸਟੂਡੈਂਟਸ ਨੇ, ਆਪਾਂ ਕਹੀਏ ਕਿ ਸਿਕਿਉਰ ਆਪਸ਼ਨ ਕਿ ਜਿੱਥੇ ਉਹ ਲਗਾਉਣ, ਉਹਨਾਂ ਦਾ ਫਿਊਚਰ ਵੀ ਸਿਕਿਉਰ ਰਹੇ ਔਰ ਬਹੁਤ ਈਜ਼ੀਲੀ ਔਰ ਸਿਕਿਉਰ ਵੇ ਦੇ ਨਾਲ ਆਪਣਾ ਜੋ ਫਾਈਲ ਹੈ ਉਸ ਨੂੰ ਪ੍ਰੋਸੈਸ ਕਰਵਾ ਸਕਣ। ਕਿਹੜੀ ਡੈਸਟੀਨੇਸ਼ਨ ਅਸੀਂ ਮੰਨ ਸਕਦੇ ਹਾਂ? ਜੀ, ਸਭ ਤੋਂ ਪਹਿਲੇ ਤੇ ਜੋ ਕੈਨੇਡਾ ਦੇ ਅੰਦਰ ਜੋ +2 ਬੇਸ ਤੇ ਸਪਾਊਸ ਕੇਸਿਸ ਜਾ ਰਹੇ ਹੈਗੇ ਨੇ, ਆਪਾਂ ਸਟਰੋਂਗਲੀ ਰਿਕਮੈਂਡ ਕਰਦੇ ਹਾਂ ਕਿ ਕੋਈ ਵੀ ਲੜਕਾ ਜਾਂ ਲੜਕੀ +2 ਬੇਸ ਤੇ ਮੈਰਿਜ ਕਰਵਾ ਕੇ ਨਾ ਜਾਏ, ਕਿਉਂਕਿ ਕੈਨੇਡਾ ਇਮੀਗ੍ਰੇਸ਼ਨ ਉਹਨੂੰ ਵੀਜ਼ਾ ਨਹੀਂ ਦੇਣ ਵਾਲੀ। ਪਿਛਲੇ 1.5 ਸਾਲ ਦਾ ਤੁਸੀਂ ਸਿਨੈਰੀਓ ਨਿਕਾਲ ਕੇ ਦੇਖ ਲਓ, ਕੈਨੇਡਾ ਸਪਾਊਸ ਕੇਸਿਸ ਦੇ ਉੱਤੇ ਆਫਟਰ ਲੋਕਡਾਊਨ, ਜਦੋਂ ਲੋਕਡਾਊਨ ਹੋਇਆ 2020 ਮਾਰਚ ਤੋਂ, ਤਬ ਉਸ ਦਿਨ ਤੋਂ ਲੈ ਕੇ ਅੱਜ ਤੱਕ ਕੈਨੇਡਾ ਦੇ ਸਪਾਊਸ ਵੀਜ਼ਾਸ ਨਹੀਂ ਆਏ ਹੈਗੇ। ਤੇ ਆਪਾਂ ਇਹ ਸਟਰੋਂਗਲੀ ਰਿਕਮੈਂਡ ਕਰਾਂਗੇ ਕਿ ਜੋ ਸਪਾਊਸ ਜਾਣਾ ਚਾਹੁੰਦੇ ਨੇ, ਮੈਰਿਜ ਕਰਵਾ ਕੇ ਜਾਣਾ ਚਾਹੁੰਦੇ ਨੇ, ਸਾਡੇ ਪੰਜਾਬ ਦੇ ਅੰਦਰ ਅਕਸਰ ਦੇਖਿਆ ਜਾਂਦਾ ਹੈ ਕਿ ਕੁੜੀਆਂ ਜਿਹੜੀ ਹੈਗੀਆਂ ਉਹ ਫਾਈਨੈਂਸ਼ੀਅਲੀ ਥੋੜਾ ਅਗਰ ਵੀਕ ਹੈਗੀਆਂ ਤੇ ਉਹ ਮੁੰਡੇ ਨਾਲ ਵਿਆਹ ਕਰਵਾ ਕੇ ਚਲੀ ਜਾਂਦੀਆਂ ਨੇ। ਇਹ ਟ੍ਰੈਂਡ ਹੈਗੇ ਨੂੰ ਆਪਾਂ ਨੂੰ ਓਪਨਲੀ ਐਕਸੈਪਟ ਵੀ ਕਰਨਾ ਚਾਹੀਦਾ। ਫਿਰ ਉੱਥੇ ਮੁੰਡਿਆਂ ਨੂੰ ਕੀ ਕਰਨਾ ਚਾਹੀਦਾ, ਇੱਕ ਐਸਾ ਆਪਸ਼ਨ ਲੈਣਾ ਚਾਹੀਦਾ ਜਿੱਥੇ ਮੁੰਡਾ ਔਰ ਕੁੜੀ ਦੋਨੋਂ ਮੈਰਿਜ ਤੋਂ ਬਾਅਦ ਇਕੱਠੇ ਚਲੇ ਜਾਣ। ਅੱਜ ਦੀ ਡੇਟ ਦੀ ਅਗਰ ਆਪਾਂ ਗੱਲ ਕਰੀਏ, ਯੂਕੇ ਦੇ ਅੰਦਰ ਇਸ ਟਾਈਮ ਤੇ ਬਹੁਤ ਅੱਛਾ ਵੀਜ਼ਾ ਸਕਸੈਸ ਰੇਟ ਨਿਕਲ ਰਿਹਾ ਹੈ। ਔਰ ਅਗਰ ਕੁੜੀ ਗ੍ਰੈਜੂਏਟ ਹੈ ਔਰ ਮੁੰਡੇ ਦਾ ਯੂਕੇ ਗਵਰਨਮੈਂਟ ਜਿਹੜੀ ਹੈ ਵਰਕ ਵੀਜ਼ਾ ਪ੍ਰੋਵਾਈਡ ਕਰ ਰਹੀ ਹੈਗੀ ਫਰਮ ਫਰਸਟ ਡੇ। ਇਸੇ ਤਰੀਕੇ ਨਾਲ ਅੱਜ ਨਇਆ ਆਪਾਂ ਇੱਕ ਪ੍ਰੋਡਕਟ ਐਡ ਕਰ ਰਹੇ ਹੈਗੇ, ਉਹ ਹੈਗਾ ਸੈਕਿੰਡ ਯੂਐਸਏ ਦਾ। ਯੂਐਸਏ ਦੇ ਅੰਦਰ ਅਗਰ ਲੜਕੀ F1 ਵੀਜ਼ਾ ਤੇ ਜਾ ਰਹੀ ਹੈ, ਜੋ ਕਿ ਸਟੂਡੈਂਟ ਵੀਜ਼ਾ ਦੀ ਕੈਟਾਗਰੀ ਹੈਗੀ F1 ਵੀਜ਼ਾ, ਤੇ ਜੋ ਸਪਾਊਸ ਐਪਲੀਕੈਂਟ ਹੈ ਉਹਨੂੰ ਵਰਕ ਵੀਜ਼ਾ ਪ੍ਰੋਵਾਈਡ ਕੀਤਾ ਜਾਏਗਾ ਔਰ ਉਹਦੀ ਡਿਊਰੇਸ਼ਨ ਵੀ ਸੇਮ ਰਹੇਗੀ। ਉਹਨੂੰ ਆਪਾਂ ਕਾਲ ਕਰਾਂਗੇ F2 ਵੀਜ਼ਾ। ਓਕੇ, ਅਗਰ ਬੇਬੀ ਵੀ ਹੈਗਾ ਤੇ ਉਹ ਵੀ ਉਹਦੇ ਅੰਦਰ ਅਪਲਾਈ ਕਰ ਸਕਦਾ ਹੈਗਾ। ਤੇ ਅੱਜ ਦੀ ਡੇਟ ਦੇ ਅੰਦਰ ਯੂਕੇ ਔਰ ਯੂਐਸਏ ਸਪਾਊਸ ਐਪਲੀਕੈਂਟਸ ਵਾਸਤੇ ਬਹੁਤ ਅੱਛਾ ਡੈਸਟੀਨੇਸ਼ਨ ਹੈ, ਫॉर ਸਪਾਊਸ ਵਾਸਤੇ ਐਸ ਵੈਲ ਐਸ ਫॉर ਸਟੂਡੈਂਟਸ ਵਾਸਤੇ। ਜੀ ਜੀ ਜੀ, ਬਿਲਕੁਲ। ਤੇ ਆਪਾਂ ਲਾਈਨ ਵਾਈਜ਼ ਜੋ ਸਾਰੇ ਪ੍ਰੋਸੈਸ ਨੂੰ ਸਮਝਦੇ ਹਾਂ। ਪਹਿਲਾਂ ਆਪਾਂ ਯੂਐਸਏ ਦੀ ਗੱਲ ਕਰਾਂਗੇ ਤੇ ਸਾਰੇ ਦਰਸ਼ਕਾਂ ਨੂੰ ਵੀ ਜ਼ਰੂਰ ਕਹਿਣਾ ਚਾਹਾਂਗੀ ਕਿ ਜੇਕਰ ਤੁਸੀਂ ਵੀ ਸੋਚ ਰਹੇ ਹੋ ਕਿ ਅਸੀਂ ਯੂਐਸਏ ਜਾਂ ਯੂਕੇ ਲਈ ਅਪਲਾਈ ਕਰਨਾ ਤੇ ਸ਼ੋਅ ਜ਼ਰੂਰ ਧਿਆਨ ਨਾਲ ਸੁਣੋ। ਜੇ ਤੁਹਾਡਾ ਆਪਣਾ ਵੀ ਕੋਈ ਸਵਾਲ ਹੈ ਤਾਂ ਸਕਰੀਨ ਤੇ ਲਗਾਤਾਰ ਨੰਬਰ ਡਿਸਪਲੇ ਹੋ ਰਿਹਾ ਹੈ, ਇਸ ਨੂੰ ਨੋਟ ਕਰ ਲਓ। ਇਸ ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ, ਇਹਨਾਂ ਦੇ ਆਫਿਸਿਸ ਵਿੱਚ ਵੀ ਵਿਜ਼ਿਟ ਕਰ ਸਕਦੇ ਹੋ। ਵਿਜ਼ਨ ਵੇ ਦੇ ਜਿਹੜੇ ਆਫਿਸਿਸ ਨੇ ਚੰਡੀਗੜ੍ਹ ਵਿੱਚ, ਨਵਾਂ ਸ਼ਹਿਰ, ਕੋਟਕਪੂਰਾ, ਬਲਾਚੌਰ ਅਤੇ ਅੰਬਾਲਾ ਵਿੱਚ ਨੇ। ਆਪਣੇ ਡਾਕੂਮੈਂਟਸ ਲੈ ਕੇ ਇਹਨਾਂ ਕੋਲ ਪਹੁੰਚੋ ਤਾਂ ਕਿ ਤੁਹਾਡੇ ਡਾਕੂਮੈਂਟਸ ਨੂੰ ਅਸੈਸ ਕੀਤਾ ਜਾ ਸਕੇ ਤੇ ਤੁਹਾਨੂੰ ਸਹੀ ਤਰੀਕੇ ਨਾਲ ਗਾਈਡ ਕੀਤਾ ਜਾ ਸਕੇ ਤੁਹਾਡੇ ਲਈ ਕਿਹੜੀ ਜਗ੍ਹਾ ਬੈਸਟ ਰਹਿਣ ਵਾਲੀ, ਤੁਸੀਂ ਕਿਵੇਂ ਆਪਣਾ ਵੀਜ਼ਾ ਜੋ ਹੈ ਫਾਈਲ ਪ੍ਰੋਸੈਸ ਕਰਵਾਉਣੀ ਹੈ ਸਹੀ ਢੰਗ ਦੇ ਨਾਲ, ਜੈਨੂਇਨ ਵੇ ਦੇ ਨਾਲ। ਸੋ ਆਪਾਂ ਲਾਈਨ ਵਾਈਜ਼ ਆਪਾਂ ਸ਼ੁਰੂ ਕਰੀਏ, ਚਾਹੇ ਡਿਟੇਲ ਵਿੱਚ ਆਪਾਂ ਸਾਰੇ ਦਰਸ਼ਕਾਂ ਨੂੰ ਜਾਣਕਾਰੀ ਦੇ ਸਕੀਏ। ਪਹਿਲਾਂ ਯੂਐਸਏ ਦੀ ਗੱਲ ਕਰਦੇ ਹਾਂ ਤੇ ਸਟਾਰਟ ਕਰਾਂਗੇ +2 ਦੇ ਸਟੂਡੈਂਟਸ ਦੇ, ਕਿਉਂਕਿ ਹਲੇ ਫਿਲਹਾਲ ਰਿਜ਼ਲਟਸ ਨੂੰ ਲੈ ਕੇ ਵੀ ਸਟੂਡੈਂਟਸ ਥੋੜਾ ਕਨਫਿਊਜ਼ ਨੇ, ਨਹੀਂ ਆ ਰਿਹਾ। ਤਾਂ ਕੀ ਕਰਨ ਸਟੂਡੈਂਟਸ, ਕਿਹੜੇ ਸਟੂਡੈਂਟਸ ਕਿਹੜੀ ਫੀਲਡ ਦੇ ਵਿੱਚ ਕਿਵੇਂ ਅਪਲਾਈ ਕਰ ਸਕਦੇ ਨੇ? ਜੀ देखिए, जो +2 ਦੇ ਕੈਂਡੀਡੇਟਸ ਨੇ, ਅਗਰ ਆਪਾਂ ਯੂਐਸ ਦੀ ਗੱਲ ਕਰੀਏ ਤੇ ਬਹੁਤ ਸਾਰੇ ਮਲਟੀਪਲ ਆਪਸ਼ਨਸ ਹੈਗੇ ਨੇ ਸਾਡੇ ਕੋਲ। ਐਸੀ ਯੂਨੀਵਰਸਿਟੀਜ਼ ਨੇ ਜਿੱਥੇ 500+ ਕੋਰਸਿਸ ਹੈਗੇ ਨੇ ਬੈਚਲਰ ਡਿਗਰੀ ਲਈ। ਬਟ ਸਾਨੂੰ ਇੱਥੇ ਇੱਕ ਚੀਜ਼ ਸਮਝਣੀ ਪਏਗੀ ਕਿ ਜੋ +2 ਦਾ ਸਟੂਡੈਂਟ ਹੈਗਾ ਉਹਨੂੰ ਯੂਐਸ 'ਚ ਵੀਜ਼ਾ ਸਿਰਫ ਔਰ ਸਿਰਫ ਬੈਚਲਰ ਡਿਗਰੀ ਦੇ ਵਿੱਚ ਮਿਲੇਗਾ। ਇਨ ਕੇਸ ਉਹ ਡਿਪਲੋਮਾ ਕਰਨ ਨੂੰ ਵਿਲਿੰਗ ਹੈ ਤੇ ਇੰਡੀਅਨ ਸਟੂਡੈਂਟ ਸਪੈਸ਼ਲੀ ਫॉर ਪੰਜਾਬ ਐਂਡ ਹਰਿਆਣਾ, ਯੂਐਸ ਇਮੀਗ੍ਰੇਸ਼ਨ ਇਜ਼ ਨੋਟ ਵਿਲਿੰਗ ਟੂ ਗਿਵ ਵੀਜ਼ਾ ਕਿ ਆਪਾਂ ਡਿਪਲੋਮਾ ਤੇ ਵੀਜ਼ਾ ਦਈਏ। ਸੋ ਅਗਰ ਸਟੂਡੈਂਟ ਕੋਈ ਵੀ ਯੂਐਸ ਜਾਣਾ ਚਾਹੁੰਦਾ ਹੈ, +2 ਬੇਸ ਹੈਗਾ ਤੇ ਉਹ ਬੈਚਲਰਸ ਲਈ ਪ੍ਰੋਸੈਸ ਕਰੇ। ਯੂਐਸ ਦੇ ਅੰਦਰ ਸਾਡੇ ਕੋਲ ਇੱਕ ਬਹੁਤ ਹੀ ਅੱਛਾ ਆਪਸ਼ਨ ਹੈਗਾ। ਫॉर ਐਗਜ਼ਾਮਪਲ ਸਾਡੇ ਕੋਲ ਬਹੁਤ ਸਾਰੇ ਕਲਾਇੰਟਸ ਆਉਂਦੇ ਨੇ ਜਿਨ੍ਹਾਂ ਨੇ +2 ਵਿੱਚ ਮੈਡੀਕਲ ਬੈਕਗ੍ਰਾਉਂਡ ਤੋਂ ਬਿਲੋਂਗ ਕਰਦੇ ਨੇ, ਬਟ ਉਹਨਾਂ ਨੇ ਮੈਥਸ ਨਹੀਂ ਕੀਤਾ ਹੁੰਦਾ, ਜੋ ਕਿ ਨਾਰਮਲ ਟ੍ਰੈਂਡ ਹੈਗਾ ਕਿ ਆਪਾਂ ਸੁਪਰ ਮੈਡੀਕਲ ਬਹੁਤ ਰੇਅਰ ਸਟੂਡੈਂਟਸ ਕਰਦੇ ਨੇ। ਸੋ ਉਹਨਾਂ ਨੇ ਮੈਥ ਨਹੀਂ ਕੀਤਾ ਬਟ ਉਹ ਕਰਨਾ BSc ਨਰਸਿੰਗ ਚਾਹੁੰਦੇ ਨੇ। ਤੇ ਹੁਣ ਅਸੀਂ ਇੱਕ ਯੂਐਸ ਦਾ ਪ੍ਰੋਡਕਟ ਲੈ ਕੇ ਆਏ ਹਾਂ ਜਿੱਥੇ ਤੁਸੀਂ +2 ਵਿੱਚ ਅਗਰ ਤੁਸੀਂ ਫਿਜ਼ਿਕਸ, ਕੈਮਿਸਟਰੀ ਔਰ ਬਾਇਓਲੋਜੀ ਕੀਤੀ ਹੈ ਬਟ ਤੁਸੀਂ ਮੈਥ ਨਹੀਂ ਕੀਤਾ ਤਾਂ ਵੀ ਤੁਸੀਂ BSc ਨਰਸਿੰਗ ਦਾ ਕੋਰਸ ਕਰਨ ਜਾ ਸਕਦੇ ਹੋ। ਸਾਡੇ ਕੋਲ ਇੱਕ ਯੂਨੀਵਰਸਿਟੀ ਹੈ ਜਿੱਥੇ ਮੈਥ ਦੀ ਰਿਕੁਆਇਰਮੈਂਟ ਨਹੀਂ ਹੈਗੀ, ਪਲੱਸ
ਉਹਨਾਂ ਨੂੰ ਜੋ ਬੈਂਡਸ ਦੀ ਆਇਲਸ ਦੇ ਬੈਂਡਸ ਵੀ ਚਾਹੀਦੇ ਨੇ, ਉਹ ਵੀ ਸਿਰਫ ਓਵਰਆਲ 6 ਹੋਰ ਕਿਸੇ ਵੀ ਇੱਕ ਮੋਡਿਊਲ 'ਚ 5 ਬੈਂਡਸ ਐਕਸੈਪਟੇਬਲ ਨੇ ਜੀ ਇਹ ਸਭ ਤੋਂ ਵੱਡਾ ਪਲੱਸ ਪੁਆਇੰਟ ਹੈ। ਜੀ। ਆਮ ਤੌਰ ਤੇ ਅਗਰ ਆਪਾਂ ਆਸਟ੍ਰੇਲੀਆ ਔਰ ਕੈਨੇਡਾ ਦੇ ਦੀ ਗੱਲ ਅੰਦਰ ਜੀ। ਅਗਰ ਆਪਾਂ ਨਰਸਿੰਗ ਕਰਨਾ ਚਾਹੁੰਦੇ ਹਾਂ, ਦੇ ਆਰ ਡਿਮਾਂਡਿੰਗ 7 ਈਚ ਬੈਂਡਸ ਔਰ ਇੱਕ ਮੋਡਿਊਲ ਦੇ ਅੰਦਰ 6.5 ਬੈਂਡ। ਜੀ ਜੀ USA ਇੱਕ ਐਸਾ ਡੈਸਟੀਨੇਸ਼ਨ ਹੈ ਜਿਹਦੇ 6 ਇੱਕ ਮੋਡਿਊਲ 5 ਬੈਂਡ ਦੇ ਨਾਲ ਉਹ BSc ਨਰਸਿੰਗ ਕਰਨ ਦਾ ਸਾਨੂੰ ਚਾਂਸ ਦੇ ਰਹੇ ਮਿਲਦਾ ਹੈ, ਨੇ। ਬਿਲਕੁਲ। ਜਿਸ ਯੂਨੀਵਰਸਿਟੀ ਦੀ ਆਪਾਂ ਗੱਲ ਕਰ ਰਹੇ ਹਾਂ ਉਸ ਯੂਨੀਵਰਸਿਟੀ ਦਾ ਸਭ ਤੋਂ ਵੱਡਾ ਬੈਨੀਫਿਟ ਹੈ ਕਿ 6 ਇੱਕ ਮੋਡਿਊਲ 5 ਬੈਂਡ ਤੋਂ ਬਾਅਦ 4 ਸਾਲ ਦੀ ਤੁਹਾਡਾ ਨਰਸਿੰਗ ਪ੍ਰੋਗਰਾਮ ਹੋਏਗਾ ਔਰ ਜੋ ਲਾਸਟ ਸਮੈਸਟਰ ਦੇ ਅੰਦਰ ਯੂਨੀਵਰਸਿਟੀ ਤੁਹਾਡੀ ਪੇਡ ਇੰਟਰਨਸ਼ਿਪ ਲਗਵਾ ਕੇ ਦੇਗੀ। ਓਕੇ ਔਰ ਉਸ ਪੇਡ ਇੰਟਰਨਸ਼ਿਪ ਦੇ ਅੰਦਰ ਯੂ ਕੁਡ ਨਾਟ ਬਿਲੀਵ $200 ਪਰ ਆਰ ਦੇ ਹਿਸਾਬ ਨਾਲ ਉਹਨੂੰ ਸੈਲਰੀ ਦਿੱਤੀ ਜਾਏਗੀ ਔਰ ਅਲਟੀਮੇਟਲੀ ਕਿ ਜੋ ਉਹਨੇ 3.5 ਸਾਲ ਦੇ ਅੰਦਰ ਆਪਣਾ ਸਪੈਂਡ ਕੀਤਾ ਉਹ 6 ਮਹੀਨੇ ਦੇ ਅੰਦਰ ਉਹ ਸਾਰਾ ਪੈਸਾ ਰਿਕਵਰ ਕਰ ਲੇਗਾ ਔਰ ਆਫਟਰ ਕੰਪਲੀਸ਼ਨ ਆਫ ਸਟੱਡੀ ਉਹਨੂੰ 3 ਸਾਲ ਦਾ ਵਰਕ ਪਰਮਿਟ ਜੋ ਪਲੇਸਮੈਂਟ ਕਰਵਾ ਕੇ ਦੇਣਗੇ ਔਰ ਉਸ ਤੋਂ ਬਾਅਦ ਬੱਚਾ ਆਪਣਾ ਉਥੇ ਪੀਆਰ ਵਾਸਤੇ ਅਪਲਾਈ ਕਰ ਸਕਦਾ ਹੈ। ਜੀ ਤਾਂ ਇਸ ਦੇ ਆਪਾਂ ਬੇਸਿਕ ਰਿਕੁਆਇਰਮੈਂਟ ਵੀ ਸਮਝ ਲੈਂਦੇ ਆ ਕਿ ਜੇ ਸਟੂਡੈਂਟਸ ਦੇਖ ਰਹੇ ਨੇ ਸ਼ੋਅ ਜਾਣਨਾ ਚਾਹੁੰਦੇ ਨੇ ਕਿ ਇਸ ਦੀ ਬੇਸਿਕ ਰਿਕੁਆਇਰਮੈਂਟਸ ਕੀ ਨੇ ਅਪਲਾਈ ਕਰਨ ਦੇ ਲਈ, ਉਹ ਵੀ ਆਪਾਂ ਇਸ ਸ਼ੋਅ ਦੇ ਵਿੱਚ ਜਾਣਕਾਰੀ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਦੇ। ਜੀ ਜੀ ਬਿਲਕੁਲ ਜੀ। ਦੇਖिए ਜੇ ਤੁਸੀਂ +2 ਕੀਤੀ, ਆਪਾਂ ਪਹਿਲੇ +2 ਵਾਲੇ ਸਟੂਡੈਂਟਸ ਦੀ ਗੱਲ ਕਰ ਲੈਨੇ ਆ। ਤੁਸੀਂ +2 ਕੀਤੀ ਹੈ, ਤੁਸੀਂ 2017 ਪਾਸ ਆਊਟ ਹੋ, 2016 ਪਾਸ ਆਊਟ ਹੋ, ਤੁਸੀਂ ਆਇਲਸ ਕੀਤੀ ਹੈ ਬਟ ਕਿਸੇ ਇੱਕ ਮੋਡਿਊਲ 'ਚ 5 ਬੈਂਡਸ ਰਹਿ ਗਏ ਨੇ, ਜਾਂ ਫਿਰ ਤੁਸੀਂ ਆਇਲਸ ਨਹੀਂ ਕੀਤੀ ਬਟ ਯੂ ਆਰ ਇੰਟੈਲੀਜੈਂਟ ਹੈ ਨਾ, ਤੁਸੀਂ ਆਪਣੇ ਆਪ ਨੂੰ ਪ੍ਰੈਜ਼ੈਂਟ ਕਰ ਸਕਦੇ ਹੋ, ਤੁਸੀਂ ਇਮੀਗ੍ਰੇਸ਼ਨ ਦੇ ਅੱਗੇ ਖੜੇ ਹੋ ਕੇ ਇੰਟਰਵਿਊ ਦੇਣ ਦੀ ਕੈਪੈਸਿਟੀਜ਼ ਰੱਖਦੇ ਹੋ, ਯੂ ਹੈਵ ਅ ਗੁੱਡ ਪਰਸਨੈਲਿਟੀ, ਦੈਨ ਸਾਨੂੰ ਸਿਰਫ 50% ਮਾਰਕਸ +2 ਵਿੱਚ 3 ਤੋਂ 4 ਸਾਲ ਦਾ ਅਸੀਂ ਗੈਪ ਐਕਸੈਪਟ ਕਰ ਰਹੇ ਹਾਂ ਔਰ ਆਪਾਂ ਵਿਦਆਊਟ ਆਇਲਸ ਔਰ ਵਿਦ ਆਇਲਸ ਵੀ ਸਟੂਡੈਂਟ ਨੂੰ ਕੰਸੀਡਰ ਕਰ ਰਹੇ ਹਾਂ। ਤੇ ਵੇਰੀਅਸ ਯੂਨੀਵਰਸਿਟੀਜ਼ ਨੇ ਜਿੱਥੇ ਅਸੀਂ ਅਗਰ ਸਟੂਡੈਂਟ ਆਇਲਸ ਵਾਲਾ ਹੁੰਦਾ ਉਹਨੂੰ ਡਿਫਰੈਂਟ ਯੂਨੀਵਰਸਿਟੀ ਦੇ ਐਡਮਿਸ਼ਨ ਮਿਲ ਜਾਂਦਾ ਹੈ ਔਰ ਅਗਰ ਵਿਦਆਊਟ ਆਇਲਸ ਹੈਗਾ ਤੇ ਸਾਡੇ ਕੋਲ ਅਦਰ ਯੂਨੀਵਰਸਿਟੀਜ਼ ਦੇ ਵੀ ਆਪਸ਼ਨ ਹੈਗੇ ਨੇ। ਇਸੇ ਤਰੀਕੇ ਨਾਲ ਅਗਰ ਆਪਾਂ ਬੈਚਲਰ ਸਟੂਡੈਂਟ ਦੀ ਗੱਲ ਕਰੀਏ ਜੋ ਕਿ ਮਾਸਟਰਸ ਕਰਨਾ ਚਾਹੁੰਦੇ ਨੇ, ਤੇ ਅਗਰ ਤੁਸੀਂ 10 ਇਅਰਸ ਵੀ ਹੋ ਗਏ ਨੇ ਤੁਹਾਨੂੰ ਆਪਣੀ ਬੈਚਲਰਸ ਕੰਪਲੀਟ ਕੀਤੇ ਹੋਏ ਬਟ ਤੁਸੀਂ ਉਸ ਟਾਈਮ 'ਚ ਕੋਈ ਜੌਬ ਕਰ ਰਹੇ ਹੋ ਔਰ ਜਸਟੀਫਾਈ ਕਰ ਸਕਦੇ ਹੋ ਕਿ ਮੈਂ 10 ਸਾਲਾਂ 'ਚ ਕੀ ਕੀਤਾ, ਦੈਨ ਯੂ ਆਰ ਮੋਸਟ ਵੈਲਕਮ ਟੂ ਅਪਲਾਈ ਫॉर US ਵੀਜ਼ਾ। ਔਰ ਇਹਦੇ ਸਭ ਤੋਂ ਅੱਛੀ ਜੋ ਚੀਜ਼ ਹੈਗੀ ਹੈ ਕਿ ਤੁਸੀਂ ਸਪਾਊਸ ਨੂੰ ਵੀ ਨਾਲ ਲੈ ਜਾ ਸਕਦੇ ਹੋ F2 ਵੀਜ਼ਾ ਦੇ ਉੱਤੇ। ਡਿਪੈਂਡੈਂਟ ਤੁਹਾਡੇ ਨਾਲ ਐਲੀਜੀਬਲ ਹੈਗਾ, ਈਦਰ ਉਹ ਡਿਪੈਂਡੈਂਟ ਤੁਹਾਡਾ ਸਪਾਊਸ ਹੈਗਾ ਜਾਂ ਤੁਹਾਡੇ ਬੇਬੀਜ਼ ਹੈਗੇ ਨੇ ਤੇ ਉਹ ਵੀ ਤੁਹਾਡੇ ਨਾਲ ਜਾ ਸਕਦੇ ਨੇ। ਮੀਨਸ ਅਗਰ ਕੋਈ ਵੀ ਕੈਂਡੀਡੇਟ ਗ੍ਰੈਜੂਏਸ਼ਨ 'ਚ 50% ਮਾਰਕਸ 10 ਇਅਰਸ ਦਾ ਗੈਪ ਰੱਖਦਾ ਬਟ ਪ੍ਰੈਜ਼ੈਂਟੇਬਲ ਹੈ, ਆਪਣੇ ਆਪ ਨੂੰ ਪ੍ਰੈਜ਼ੈਂਟ ਕਰ ਸਕਦਾ ਹੈਗਾ, ਕੌਨਫੀਡੈਂਟ ਹੈ, then they are most welcome to apply for US visa। ਜੀ ਬਿਲਕੁਲ। ਇੱਥੇ ਮੈਂ ਇੱਕ ਹੋਰ ਚੀਜ਼ ਜਾਣਨਾ ਚਾਹੂੰਗੀ ਕਿ ਰਿਫਿਊਜ਼ਲ ਕੇਸਿਸ ਵੀ ਇੱਥੇ ਅਪਲਾਈ ਕਰ ਸਕਣਗੇ? ਬਿਲਕੁਲ ਜੀ ਬਿਲਕੁਲ। ਮੈਂ ਇਹਦੇ ਤੇ ਇਹ ਕਹਿਣਾ ਚਾਹੂੰਗੀ ਕਿ ਬਹੁਤ ਸਾਰੇ ਸਾਡੇ ਸਭ ਦੇ ਮਨ 'ਚ ਇੱਕ ਡਾਊਟ ਹੁੰਦਾ ਕਿ ਕਿਆ ਮੈਂ ਤਾਂ ਕੈਨੇਡਾ 2 ਵਾਰ ਰਿਫਿਊਜ਼ ਹੋ ਗਿਆ ਵਾ ਜਾਂ 3 ਵਾਰ ਰਿਫਿਊਜ਼ ਹੋ ਗਿਆ, ਹੁਣ ਮੇਰਾ ਕੀ ਬਣੇਗਾ। ਬਟ ਸਟਿਲ ਅਗਰ ਤੁਸੀਂ ਕੈਨੇਡਾ ਰਿਫਿਊਜ਼ ਵੀ ਹੈਗੇ ਹੋ ਐਂਡ ਤੁਹਾਡੇ ਕੈਨੇਡਾ ਐਪਲੀਕੇਸ਼ਨ ਵਾਸ ਵੈਰੀ ਸਟ੍ਰੇਟ ਕਿ ਤੁਸੀਂ ਜੈਨੂਇਨ ਰੀਜ਼ਨਸ ਤੇ ਰਿਫਿਊਜ਼ ਹੈਗੇ ਹੋ, ਦੈਨ ਯੂ ਆਰ ਮੋਸਟ ਵੈਲਕਮ। ਤੁਹਾਨੂੰ US ਵਾਸਤੇ ਕੋਈ ਪ੍ਰੋਬਲਮ ਨਹੀਂ ਹੈਗੀ ਕਿਉਂਕਿ ਕੈਨੇਡਾ ਐਂਡ US no doubt they are just getting ਮਤਲਬ ਇੱਕ ਦੂਜੇ ਦੀ ਰਿਫਿਊਜ਼ਲਸ ਆਪਾਂ ਸ਼ੇਅਰ ਕਰਦੇ ਹਾਂ ਬਟ ਇਟ ਡਸਨਟ ਮੀਨ ਕਿ ਤੁਹਾਨੂੰ ਕੈਨੇਡਾ ਰਿਫਿਊਜ਼ਲ ਵਾਲੇ ਨੂੰ US ਵੀਜ਼ਾ ਨਹੀਂ ਦੇਗਾ। ਸੋ ਤੁਸੀਂ ਕਿਸੇ ਵੀ ਕੰਟਰੀ ਤੋਂ ਰਿਫਿਊਜ਼ ਹੋ ਐਂਡ ਤੁਸੀਂ ਅਪਲਾਈ ਕਰ ਸਕਦੇ ਹੋ। ਚੀਜ਼ ਐਡ ਆਨ ਕਰਨਾ ਚਾਹੁੰਦਾ ਕਿ ਐਸਾ ਕੀ ਮਿਰੇਕਲ ਹੋਇਆ ਕਿ ਕੈਨੇਡਾ ਵੀਜ਼ਾ ਰਿਫਿਊਜ਼ ਕਰ ਰਿਹਾ ਔਰ USA ਵੀਜ਼ਾ ਦੇਣਾ ਸਟਾਰਟ ਹੋ ਗਿਆ। ਪਹਿਲੇ ਤੇ ਪੰਜਾਬ ਹਰਿਆਣਾ ਵਾਸਤੇ ਕਦੇ ਡੋਰਸ ਨਹੀਂ ਓਪਨ ਕੀਤੇ ਸੀਗੇ ਇਹਨੇ ਔਰ ਅਗਰ ਵੀਜ਼ਾ ਮਿਲਦਾ ਸੀ ਤੇ ਇੰਡੀਆ ਚੋਂ ਸਾਊਥ ਇੰਡੀਅਨਸ ਨੂੰ ਮਿਲਦਾ ਸੀ ਜਾਂ ਫਿਰ ਗੁਜਰਾਤੀਜ਼ ਪੀਪਲਸ ਨੂੰ ਮਿਲਦਾ ਸੀਗਾ। ਐਕਚੁਅਲ ਦੇ ਅੰਦਰ ਆਪਾਂ ਕਾਫੀ ਦੇਰ ਤੋਂ ਸੁਣ ਰਹੇ ਹਾਂ ਇੰਟਰਨੈਸ਼ਨਲ ਏਜੰਡਾ ਹੈਗਾ ਚਾਈਨਾ ਔਰ USA ਦਾ ਆਪਸ ਵਿੱਚ ਕੋਰਿਲੇਸ਼ਨ ਜਿਹੜਾ ਬ੍ਰੇਕ ਆਊਟ ਹੋ ਗਿਆ ਜੀ ਜੀ ਐਕਚੁਅਲ ਦੇ ਅੰਦਰ। ਔਰ ਪਹਿਲੇ ਚਾਈਨਾ ਤੋਂ ਬਹੁਤ ਜ਼ਿਆਦਾ ਸਟੂਡੈਂਟਸ ਜਾ ਰਿਹਾ ਸੀਗਾ ਜਿਹਦੀ ਵਜ੍ਹਾ ਤੋਂ ਦੇਖੋ ਹਰ ਕੰਟਰੀ ਦਾ ਆਪਣਾ ਇੱਕ ਕੋਟਾ ਹੈਗਾ, ਇੰਡੀਆ ਵਾਸਤੇ ਅਲੱਗ ਹੈ, ਚਾਈਨਾ ਵਾਸਤੇ ਅਲੱਗ ਹੈ। ਹੁਣ ਉਹ ਕੋਟੇ ਨੂੰ ਉਹਨਾਂ ਨੇ ਦੇਖਦੇ ਹੋਏ ਕਿ ਚਾਈਨਾ ਤੋਂ ਉਹਨਾਂ ਦੇ ਰਿਲੇਸ਼ਨਸ ਬਹੁਤ ਅੱਛੇ ਨਹੀਂ ਹੈ ਔਰ ਚਾਈਨਾ ਤੋਂ ਬਹੁਤ ਜ਼ਿਆਦਾ ਬੱਚਾ ਲੈਣਾ ਵੀ ਨਹੀਂ ਚਾਹੁੰਦੇ ਹੈਗੇ, ਉਹ ਸਾਰੇ ਦਾ ਸਾਰਾ ਜਿਹੜਾ ਬੈਨੀਫਿਟ ਹੈ ਉਹ ਸਾਡੇ ਇੰਡੀਅਨਸ ਨੂੰ ਮਿਲਿਆ। ਹੁਣ ਇੰਡੀਅਨਸ ਇੰਡਸਟਰੀ ਦੇ ਇੰਡੀਆ ਦੇ ਵਿੱਚ ਮੈਕਸਿਮਮ ਜਿਹੜਾ ਅਬਰੋਡ ਸਟੂਡੈਂਟ ਜਾਂਦਾ ਹੈਗਾ ਉਹ ਜਾਂ ਜਾਏਗਾ ਥੋੜਾ ਬਹੁਤ ਸਾਊਥ ਇੰਡੀਆ ਤੋਂ ਜਾਏਗਾ ਜਾਂ ਗੁਜਰਾਤ ਤੋਂ, ਔਰ ਜੋ ਪੰਜਾਬ ਔਰ ਹਰਿਆਣਾ ਜਿਹੜੇ ਹੈਗੇ ਨੇ ਇਸ ਇੰਡਸਟਰੀ ਦੇ ਹੱਬ ਹੈਗੇ ਨੇ, ਮੈਕਸਿਮਮ ਸਟੂਡੈਂਟਸ ਇਹ ਤੋਂ ਅਪਲਾਈ ਕਰਦਾ ਹੈਗਾ ਤੇ ਸਾਡੇ ਮਤਲਬ ਅਗਰ ਆਪਾਂ ਓਪਨਲੀ ਕਹੀਏ ਫਸਟ ਟਾਈਮ ਓਪਰਚੁਨਿਟੀ ਮਿਲੀ ਹੈ। ਕੱਲ ਸਾਡਾ ਇੱਕ ਯੂਨੀਵਰਸਿਟੀ ਦਾ ਵੈਬੀਨਾਰ ਸੀਗਾ, ਉਹ USA ਦੀ ਯੂਨੀਵਰਸਿਟੀ ਦਾ ਵੈਬੀਨਾਰ ਸੀਗਾ। ਇਸ ਟਾਈਮ ਤੇ 100% ਵੀਜ਼ਾ ਸਕਸੈਸ ਰੇਟ ਆ ਰਿਹਾ ਬਟ ਮੈਂ ਚੈਨਲ ਤੇ 100% ਰਿਕਮੈਂਡ ਨਹੀਂ ਕਰਾਂਗਾ, ਆਪਾਂ ਫਿਰ ਵੀ ਸਕਸੈਸ ਰੇਟ 90-95% ਲੈ ਕੇ ਚੱਲਾਂਗੇ। ਜੋ ਬੱਚੇ ਪ੍ਰੈਜ਼ੈਂਟੇਬਲ ਨੇ ਉਹ ਮੈਂ ਉਹਨਾਂ ਨੂੰ ਓਪਨਲੀ ਬੋਲਾਂਗਾ ਔਰ ਕੈਨੇਡਾ ਰਿਫਿਊਜ਼ ਨੇ ਔਰ USA ਜਾਣਾ ਚਾਹੁੰਦੇ ਨੇ, USA ਉਹਦਾ ਵੀਜ਼ਾ ਜਿਹਦਾ ਲੱਗ ਜਾਂਦਾ ਬੜੇ ਆਰਾਮ ਨਾਲ ਕੈਨੇਡਾ ਦਾ ਵੀਜ਼ਾ ਵੀ ਅਪਲਾਈ ਕਰ ਸਕਦਾ ਹੈ ਜਿਸ ਤਰ੍ਹਾਂ ਕਿ ਕੈਨੇਡਾ ਵਾਲੇ ਬੱਚੇ US ਦਾ ਵੀਜ਼ਾ ਲੈਂਦੇ ਨੇ। ਤੇ ਇਸ ਕਰਕੇ ਆਪਾਂ ਅਪੀਲ ਕਰਾਂਗੇ ਕਿ ਜਿਨ੍ਹਾਂ ਦਾ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਗਿਆ ਔਰ ਫਰਸਟ੍ਰੇਟ ਹੋ ਗਿਆ ਉਹਨੂੰ ਕੁਝ ਵੀ ਵਰੀਡ ਹੋਣ ਦੀ ਲੋੜ ਨਹੀਂ ਹੈ। USA ਦਾ ਇੱਕ ਵਾਰ ਓਪਰਚੁਨਿਟੀ ਜ਼ਰੂਰ ਐਕਸੈਪਟ ਕਰੇ ਔਰ ਆਪਣਾ ਵੀਜ਼ਾ ਜ਼ਰੂਰ ਅਪਲਾਈ ਕਰੇ। ਜੀ ਬਿਲਕੁਲ। ਸੋ ਤੁਸੀਂ ਵੀ ਇਸ ਸਾਰੀ ਜਾਣਕਾਰੀ ਦਾ ਜੋ ਅਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਉਸ ਦਾ ਫਾਇਦਾ ਜ਼ਰੂਰ ਚੱਕੋ। ਅਗਰ ਸੋਚ ਰਹੇ ਹੋ ਕਿ ਕਿੱਥੇ ਕਿਹੜੀ ਬੈਸਟ ਡੈਸਟੀਨੇਸ਼ਨ ਸਾਡੇ ਲਈ ਰਹਿ ਸਕਦੀ ਹੈ ਤਾਂ USA ਅੱਜ ਦੀ ਡੇਟ ਵਿੱਚ ਤੁਹਾਡੇ ਲਈ ਬਹੁਤ ਅੱਛੀ
ਆਪਸ਼ਨ ਹੈ, ਤੁਸੀਂ ਇੱਥੇ ਅਪਲਾਈ ਕਰ ਸਕਦੇ ਹੋ। ਤੇ ਬਾਕੀ ਹੋਰ ਡਿਟੇਲਸ ਜਾਂ ਆਪਣੀ ਪ੍ਰੋਫਾਈਲ ਡਿਸਕਸ ਕਰਨੀ ਹੈ ਤਾਂ ਮੈਂ ਬਾਰ-ਬਾਰ ਕਹਿ ਰਹੀ ਹਾਂ ਕਿ ਸਕਰੀਨ ਤੇ ਲਗਾਤਾਰ ਨੰਬਰ ਡਿਸਪਲੇ ਹੋ ਰਿਹਾ, ਇਸ ਦੇ ਉੱਪਰ ਤੁਸੀਂ ਜ਼ਰੂਰ ਇੱਕ ਵਾਰੀ ਕਾਲ ਕਰੋ। ਤੁਸੀਂ ਜੋ ਤੁਹਾਡੀ ਕੁਐਰੀਜ਼ ਨੇ, ਅਗਰ ਤੁਹਾਡੇ ਇਸ ਪ੍ਰੋਗਰਾਮ ਦੇ ਜ਼ਰੀਏ ਸਵਾਲ ਕਲੀਅਰ ਨਹੀਂ ਹੋ ਪਾ ਰਹੇ ਤਾਂ ਤੁਸੀਂ ਪਰਸਨਲੀ ਕਾਲ ਕਰ ਸਕਦੇ ਹੋ। ਜੋ ਨੰਬਰ ਡਿਸਪਲੇ ਹੋ ਰਿਹਾ ਹੈ ਇਸ ਦੇ ਉੱਪਰ ਕਾਲ ਕਰਕੇ ਪੂਰੀ ਡਿਟੇਲ ਵਿੱਚ ਜਾਣਕਾਰੀ ਲੈ ਸਕਦੇ ਹੋ। ਬਾਰ-ਬਾਰ ਇਹ ਵੀ ਗੱਲ ਬੋਲ ਰਹੀ ਹਾਂ ਕਿ ਤੁਸੀਂ ਵਿਜ਼ਿਟ ਵੀ ਕਰੋ ਆਪਣੇ ਡਾਕੂਮੈਂਟਸ ਦੇ ਨਾਲ, ਕਿਉਂਕਿ ਬਿਨਾਂ ਡਾਕੂਮੈਂਟਸ ਦੇ ਅਸੈਸਮੈਂਟ ਨਹੀਂ ਕੀਤੀ ਜਾ ਸਕਦੀ, ਕਿਉਂਕਿ ਕਿਤੇ ਨਾ ਕਿਤੇ ਤੁਸੀਂ ਜ਼ੁਬਾਨੀ ਗੱਲਾਂ ਦੱਸਦੇ ਹੋ, ਕੋਈ ਨਾ ਕੋਈ ਚੀਜ਼ ਰਹਿ ਜਾਂਦੀ ਹੈ ਜੋ ਤੁਹਾਡੇ ਡਾਕੂਮੈਂਟਸ ਦੇਖਣ ਤੋਂ ਬਾਅਦ ਹੀ ਪੂਰੀ ਜਾਣਕਾਰੀ ਮਿਲਦੀ ਹੈ ਤੇ ਤੁਹਾਨੂੰ ਸਹੀ ਤਰੀਕੇ ਨਾਲ ਗਾਈਡ ਕੀਤਾ ਜਾ ਸਕਦਾ ਹੈ ਕਿ ਤੁਹਾਡੇ ਲਈ ਸਹੀ ਆਪਸ਼ਨ ਕੀ ਹੈ। USA ਦੀ ਹੀ ਗੱਲ ਕਰ ਰਹੀ, ਇੱਕ ਹੋਰ ਚੀਜ਼ ਇੱਥੇ ਪੁੱਛਣਾ ਚਾਹੂੰਗੀ ਕਿ ਕਈ ਵਾਰੀ ਕੁਝ ਸਟੂਡੈਂਟਸ ਦੇ ਰਿਫਿਊਜ਼ਲਸ ਜਿਨ੍ਹਾਂ ਦੇ ਆਏ ਹੁੰਦੇ ਨੇ ਬਾਰ-ਬਾਰ, ਤਾਂ ਉਹਨਾਂ ਨੂੰ ਕਿਹੜੀ ਚੀਜ਼ਾਂ ਦਾ ਧਿਆਨ ਰੱਖ ਕੇ ਅੱਗੋਂ USA ਲਈ ਅਪਲਾਈ ਕਰਨਾ ਚਾਹੀਦਾ। ਇੱਕ ਹੋਰ ਪੁਆਇੰਟ ਤੁਸੀਂ ਕਿਹਾ ਸੀ ਕਿ ਇੱਕ ਤਰ੍ਹਾਂ ਦੀ ਇੰਟਰਵਿਊ ਹੁੰਦੀ ਹੈ ਜਿੱਥੇ ਸਟੂਡੈਂਟਸ ਅਗਰ ਅੱਛੇ ਆਪਣੀ ਉਹਨਾਂ ਦੀ ਹੈ, ਮਤਲਬ ਉਹਨਾਂ ਵਿੱਚ ਕੌਨਫੀਡੈਂਸ ਹੈ ਤਾਂ ਉਹ ਇੰਟਰਵਿਊ ਵੀ ਕਲੀਅਰ ਕਰ ਲੈਂਦੇ ਨੇ। ਕੀ ਤੁਹਾਡੀ ਕੰਪਨੀ ਵੱਲੋਂ ਵੀ ਸਟੂਡੈਂਟਸ ਨੂੰ ਪ੍ਰਿਪੇਅਰ ਕੀਤਾ ਜਾਂਦਾ ਇਸ ਇੰਟਰਵਿਊ ਦੇ ਲਈ? ਬਿਲਕੁਲ, US ਦੇ ਵਿੱਚ ਜੋ ਇੰਟਰਵਿਊ ਹੁੰਦੀ ਹੈ ਬਹੁਤ ਜ਼ਿਆਦਾ ਲੌਂਗ ਇੰਟਰਵਿਊ ਨਹੀਂ ਹੁੰਦੀ ਹੈ, ਸਿਰਫ ਤੁਹਾਨੂੰ ਮੈਕਸਿਮਮ ਇੱਕ ਵੀਜ਼ਾ ਆਫਿਸਰ 2 to 3 ਮਿੰਟਸ ਦਾ ਹੀ ਟਾਈਮ ਦਿੰਦਾ ਹੈ। ਹੁਣ ਤੁਸੀਂ ਇੱਥੇ ਇੱਕ ਜਜਮੈਂਟ ਲੈ ਸਕਦੇ ਹੋ ਕਿ ਤੁਸੀਂ 2 to 3 ਮਿੰਟਸ ਆਪਣੀ ਨੌਲੇਜ ਕਿੰਨੀ ਕਿਸੇ ਨੂੰ ਸ਼ੇਅਰ ਕਰ ਸਕਦੇ ਹੋ। ਇਟ ਮੀਨਸ ਕਿ ਜਦੋਂ ਤੁਹਾਡੀ ਜੋ ਪਰਸਨੈਲਿਟੀ ਹੈਗੀ ਉਹ ਸਭ ਤੋਂ ਜ਼ਿਆਦਾ ਮੈਟਰ ਕਰਦੀ ਹੈ। ਜਿਵੇਂ ਕਿ ਤੁਸੀਂ ਪੁੱਛਿਆ ਕਿ ਅਸੀਂ ਕਿਸ ਬਿਹਾਫ ਤੇ ਜੋ ਬੱਚੇ ਰਿਫਿਊਜ਼ ਹੋ ਗਏ ਨੇ ਹੁਣ ਉਹ ਕੀ ਧਿਆਨ ਰੱਖਣ ਕਿ ਉਹ US ਦਾ ਵੀਜ਼ਾ ਲੈ ਸਕਣ। ਸਭ ਤੋਂ ਪਹਿਲੇ ਉਹਨਾਂ ਨੂੰ ਜੋ ਧਿਆਨ ਰੱਖਣਾ ਪਏਗਾ ਕਿ ਉਹਨਾਂ ਦੀ ਕੋਰਸ ਚੋਇਸ ਕੀ ਹੈਗੀ ਹੈ, ਬਿਕੋਜ਼ ਤੁਹਾਡੀ ਕੋਰਸ ਚੋਇਸ ਸਭ ਤੋਂ ਇੰਪੋਰਟੈਂਟ ਫੈਕਟਰ ਹੈਗਾ। ਹੁਣ ਅਗਰ ਇੱਕ ਸਟੂਡੈਂਟ ਮੈਡੀਕਲ, ਜਿੱਦਾਂ ਕਿ ਅਸੀਂ ਪਹਿਲੇ ਵੀ ਡਿਸਕਸ ਕੀਤਾ ਕਿ ਤੁਸੀਂ ਮੈਡੀਕਲ ਦੇ ਸਟੂਡੈਂਟ ਹੋ, ਤੁਸੀਂ BSc ਨਰਸਿੰਗ ਕਰਨ ਜਾ ਰਹੇ ਹੋ, ਤੁਹਾਡਾ ਬਹੁਤ ਹੀ ਸਟ੍ਰੇਟ ਫਾਰਵਰਡ ਕੋਰਸ ਚੋਇਸ ਹੈ ਜੋ ਕਿ ਜਸਟੀਫੀਏਬਲ ਹੈਗਾ ਕਿ ਹਾਂ ਤੁਸੀਂ ਇੱਕ ਅੱਛਾ ਚੂਜ਼ ਕੀਤਾ ਹੈਗਾ ਪਾਥਵੇ। ਬਟ ਅਗਰ ਤੁਸੀਂ ਮੈਡੀਕਲ ਦੇ ਸਟੂਡੈਂਟ ਹੋ ਔਰ ਤੁਸੀਂ ਬਿਜ਼ਨਸ ਦਾ ਕੋਰਸ ਕਰਨ ਜਾ ਰਹੇ ਹੋ, ਦੈਨ ਓਬਵੀਅਸਲੀ ਵੀਜ਼ਾ ਆਫਿਸਰ ਦੇ ਮਾਈਂਡ 'ਚ ਵੀ ਆਏਗਾ ਕਿ ਜੋ ਕੋਰਸ ਚੋਇਸ ਹੈਗੀ ਹੈ ਅਨਮੈਚਡ ਹੈਗੀ ਹੈ। ਸੋ ਇਸ ਕਰਕੇ ਮੈਂ ਸਿਰਫ ਇਹੀ ਸੁਜੈਸਟ ਕਰਾਂਗੀ ਕਿ ਤੁਸੀਂ ਕੋਰਸ ਚੋਇਸ ਆਪਣੇ ਅਕੋਰਡਿੰਗਲੀ ਲੈ ਕੇ ਚਲੋ ਜੋ ਤੁਹਾਡੀ ਪ੍ਰੀਵੀਅਸ ਬੈਕਗ੍ਰਾਉਂਡਸ ਨੇ। ਇਸ ਤੋਂ ਇਲਾਵਾ ਟਰਾਈ ਕੀਜੀਏ ਕਿ ਤੁਹਾਨੂੰ ਜਿਹੜੀ ਯੂਨੀਵਰਸਿਟੀਜ਼ ਜੇ ਤੁਸੀਂ ਐਡਮਿਸ਼ਨ ਲੈ ਰਹੇ ਹੋ ਉਹ ਈਦਰ ਫਲੈਗਸ਼ਿਪ ਯੂਨੀਵਰਸਿਟੀਜ਼ ਹੋਣ ਜਾਂ ਫਿਰ ਉਹ ਸਟੇਟ ਯੂਨੀਵਰਸਿਟੀਜ਼ ਹੋਣ। ਅਸੀਂ ਪ੍ਰਾਈਵੇਟ ਯੂਨੀਵਰਸਿਟੀ ਸਿਰਫ ਉਸੇ ਕੇਸ 'ਚ ਲਈਏ ਜਿੱਥੇ ਸਾਨੂੰ ਲੱਗਦਾ ਹੈ ਕਿ ਆਪਾਂ ਐਲੀਜੀਬਲ ਨਹੀਂ ਹੈਗੇ ਸਟੇਟ ਯੂਨੀਵਰਸਿਟੀਜ਼ ਲਈ, ਤੇ ਸਾਡੀ ਜੋ ਚੋਇਸ ਆਫ ਯੂਨੀਵਰਸਿਟੀ ਹੈਗੀ ਉਹ ਗੁੱਡ ਹੋਣੀ ਚਾਹੀਦੀ ਹੈ, ਉਸ ਬਿਹਾਫ ਤੇ ਅਸੀਂ ਵੀਜ਼ਾ ਲੈ ਸਕਦੇ ਹਾਂ। ਭਾਜੀ ਇੱਥੇ ਮੈਂ ਇੱਕ ਚੀਜ਼ ਐਡ ਕਰਨਾ ਚਾਹੂੰਗਾ, ਜੋ ਤੁਸੀਂ ਕੋਰਸਿਸ ਦੀ ਗੱਲ ਕੀਤੀ ਬੜਾ ਜ਼ਰੂਰੀ ਹੈ। ਨਰਸਿੰਗ ਮੈਡੀਕਲ ਵਾਲਾ ਸਟੂਡੈਂਟ ਹੈ ਉਹ ਨਰਸਿੰਗ ਹੀ ਜਾਏਗਾ, ਬਿਲਕੁਲ, ਔਰ ਜੋ ਨਾਨ ਮੈਡੀਕਲ ਵਾਲਾ ਸਟੂਡੈਂਟ ਹੈ ਸਪੈਸ਼ਲੀ ਆਪਾਂ ਬੋਲਾਂਗੇ ਉਹਨੂੰ STEM ਕੋਰਸਿਸ ਲੈਣੇ ਚਾਹੀਦੇ ਨੇ। ਨਾਓ ਵਾਟ ਇਜ਼ ਅ STEM? STEM ਹੈਗਾ ਸਾਇੰਸ, ਟੈਕਨੋਲੋਜੀ, ਮੈਥਮੈਟਿਕਸ ਇੰਜੀਨੀਅਰਿੰਗ ਜੀ। ਮਤਲਬ STEM ਕੋਰਸਿਸ ਜਿਹੜੇ ਅਗਰ ਆਪਾਂ ਚੂਜ਼ ਕਰਦੇ ਹੈਗੇ ਆ ਉਹਦੇ ਅੰਦਰ ਔਰ ਨਰਸਿੰਗ ਦੇ ਅੰਦਰ ਸਾਡਾ ਬਹੁਤ ਜ਼ਿਆਦਾ ਵੀਜ਼ਾ ਸਕਸੈਸ ਰੇਟ ਹੈਗਾ, ਜਿਹਦੇ ਅੰਦਰ ਅੱਜ ਦੀ ਡੇਟ ਦੇ ਅੰਦਰ ਇਮੀਗ੍रेशन और यूनिवर्सिटीज स्पेशली कहनी है कि STEM और नर्सिंग का बच्चा आया तो आप हमें जरूर रिकमेंड करें। मतलब इसे तरीके ਨਾਲ ਸਾਡੇ ਨਾਲ ਗੱਲ ਕਰਦੀਆਂ ਨੇ ਤੇ ਮੈਂ ਉਸੇ ਟੋਨ ਹੀ ਦੱਸ ਰਿਹਾ ਕਿ STEM ਦੇ ਕੋਰਸਿਸ ਦੇ ਅੰਦਰ ਇਸ ਟਾਈਮ ਵੀਜ਼ਾ ਸਕਸੈਸ ਰੇਟ ਆਲਮੋਸਟ 100% ਹੈਗਾ। ਔਰ ਨਰਸਿੰਗ ਦੇ ਅੰਦਰ ਤੁਸੀਂ BTech ਕੀਤਾ ਹੈ, ਤੁਸੀਂ BSc IT ਕੀਤੀ ਹੈ, BCA ਕੀਤੀ ਹੈ, BSc ਨਾਨ ਮੈਡੀਕਲ ਕੀਤੀ ਹੈ, ਤੁਸੀਂ STEM ਕੋਰਸਿਸ ਲਈ ਐਲੀਜੀਬਲ ਹੋ। ਤੁਸੀਂ ਤੁਸੀਂ BTech ਸਿਵਲ ਇੰਜੀਨੀਅਰਿੰਗ ਕੀਤੀ ਹੈ, ਤੁਸੀਂ ਫਰਦਰ ਵੀ ਮਾਸਟਰਸ ਇਨ ਸਿਵਲ ਹੀ ਕਰਨ ਜਾਓ ਰੈਦਰ ਦੈਨ ਕਿ ਤੁਸੀਂ MBA ਚੂਜ਼ ਕਰਨ ਜਾਓ, ਦੈਨ ਯੂ ਆਰ ਐਲੀਜੀਬਲ ਫॉर STEM ਕੋਰਸਿਸ। ਔਰ ਉਹਦੇ ਵਿੱਚ ਜੋ ਵੀਜ਼ਾ ਚਾਂਸਸ ਨੇ ਬਹੁਤ ਹੀ ਅੱਛੇ ਨੇ। ਜਿੱਦਾਂ ਕਿ ਤੁਸੀਂ ਪੁੱਛਿਆ ਸੀ ਕਿ ਕਿਆ ਵਿਜ਼ਨ ਵੇ ਕੋਈ ਇੰਟਰਵਿਊ ਪ੍ਰੀਪਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਯੈਸ ਇਨਡੀਡ ਅਸੀਂ ਪ੍ਰੋਵਾਈਡ ਕਰ ਰਹੇ ਹਾਂ। ਬਿਕੋਜ਼ ਅਗਰ ਅਸੀਂ ਆਪਣਾ ਇੰਟਰਵਿਊ ਪ੍ਰੀਪਰੇਸ਼ਨ ਸਰਵਿਸਿਜ਼ ਨਹੀਂ ਪ੍ਰੋਵਾਈਡ ਕਰਾਂਗੇ ਦੈਨ US ਵੀਜ਼ਾ ਇਜ਼ ਕੁਆਇਟ ਹਾਰਡ। ਤੇ ਅਸੀਂ ਇੰਟਰਵਿਊ ਪ੍ਰੀਪਰੇਸ਼ਨ ਦੇ ਨਾਲ ਨਾਲ ਪਰਸਨੈਲਿਟੀ ਡਿਵੈਲਪਮੈਂਟ ਦਾ ਵੀ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਹਾਂ, ਜਿੱਥੇ ਅਸੀਂ 20 ਡੇਜ਼ ਦਾ ਕੋਰਸ ਪ੍ਰੋਵਾਈਡ ਕਰ ਰਹੇ ਹਾਂ। ਸਟੂਡੈਂਟ ਦੀ ਪਰਸਨੈਲਿਟੀ ਵੀ ਵਿਲ ਟਰਾਈ ਕਿ ਉਹਦੀ ਪੂਰੀ ਪਰਸਨੈਲਿਟੀ ਚੇਂਜ ਹੋ ਜਾਏ ਬਿਫੋਰ US ਇੰਟਰਵਿਊ ਅਪੀਅਰ ਹੋਣ ਤੋਂ ਪਹਿਲੇ। ਸੋ ਦੈਟ ਇਜ਼ ਫ੍ਰੀ ਆਫ ਕੋਸਟ। ਯੈਸ ਦੈਟ ਵੀ ਇਜ਼ ਆਰ ਨੋਟ ਫ੍ਰੀ, ਚਾਰਜਿੰਗ ਵੀ ਆਰ ਐਨੀ ਨੋਟ ਸਿੰਗਲ ਪੈਨੀ। ਚਾਰਜਿੰਗ। ਜਿੰਨੇ ਵੀ ਸਾਡੇ ਆਫਿਸਿਸ ਨੇ ਸਭ ਦੇ ਕਿਤੇ ਵੀ ਤੁਸੀਂ ਆਪਣਾ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ, ਪਰਸਨੈਲਿਟੀ ਡਿਵੈਲਪਮੈਂਟ ਔਰ ਜੋ ਇੰਟਰਵਿਊ ਪ੍ਰੀਪਰੇਸ਼ਨਸ ਹੈਗੇ ਨੇ ਉਹ ਕਲਾਸਿਸ ਆਪਣੀ ਸਟਾਰਟ ਕਰ ਸਕਦੇ ਹੈਗੇ ਹੋ। ਆਪਾਂ ਉਹਦੇ ਅੰਦਰ ਕੋਈ ਵੀ ਤੁਹਾਡੇ ਕੋਲ ਚਾਰਜ ਨਹੀਂ ਲਵਾਂਗੇ। ਜੀ ਬਿਲਕੁਲ। ਤੇ ਇਹ ਸ਼ੋਅ ਸਾਡੇ ਜੋ ਹੈ ਬੱਚਿਆਂ ਦੇ ਪੇਰੈਂਟਸ ਵੀ ਇਹ ਸ਼ੋਅ ਦੇਖ ਰਹੇ ਹੁੰਦੇ ਨੇ ਤੇ ਉਹਨਾਂ ਦਾ ਕੰਸਰਨ ਹੁੰਦਾ ਹੈ ਕਿ ਵੀ ਕਿੰਨਾ ਖਰਚਾ ਆਏਗਾ, ਆਪਾਂ ਨੂੰ ਕਿੰਨੇ ਫੰਡਸ ਸ਼ੋਅ ਕਰਨੇ ਪੈਣਗੇ। ਸੋ ਉਹ ਵੀ ਆਪਾਂ ਇਹ ਪੁਆਇੰਟ ਕਲੀਅਰ ਕਰੀਏ USA ਨੂੰ ਲੈ ਕੇ। ਉਸ ਤੋਂ ਬਾਅਦ ਅਸੀਂ UK ਦੀ ਜਾਣਕਾਰੀ ਦਰਸ਼ਕਾਂ ਨਾਲ ਸਾਂਝੇ ਕਰਾਂਗੇ। ਸੋ ਫੰਡਸ ਦੀ ਗੱਲ ਕਰ ਲਈਏ ਜਾਂ ਖਰਚੇ ਦੀ ਗੱਲ ਕਰ ਲਈਏ, ਕਿਸ ਤਰੀਕੇ ਨਾਲ ਕਿੰਨੇ ਕੁ ਤਿਆਰੀ ਪੇਰੈਂਟਸ ਨੂੰ ਕਰਕੇ ਰੱਖਣੀ ਚਾਹੀਦੀ ਹੈ? ਅਗਰ ਆਪਾਂ ਸਭ ਤੋਂ ਪਹਿਲੇ ਫੀਸ ਸਟਰਕਚਰ ਦੀ ਗੱਲ ਕਰਦੇ ਹੈਗੇ ਆ, ਬੈਚਲਰ ਡਿਗਰੀ ਪ੍ਰੋਗਰਾਮ ਦੇ ਅੰਦਰ ਜੋ ਫੀਸ ਸਟਰਕਚਰ ਹੈ ਉਹ $6,000 ਤੋਂ ਸਟਾਰਟ ਹੋ ਕੇ ਅਪ ਟੂ $8,000 ਤੱਕ ਜਾਂਦਾ ਹੈਗਾ ਪਰ ਸਮੈਸਟਰ। ਡਿਪੈਂਡਸ ਕਰਦਾ ਹੈ ਯੂਨਿਟ ਟੂ ਯੂਨਿਟ ਜੋ ਆਪਾਂ ਨੋਮੀਨਲ ਰੇਂਜ ਦੀ ਲੈਂਦੇ ਆ। ਅਗਰ ਆਪਾਂ ਹਾਈ ਕਲਾਸ ਹੀ ਚਲੇ ਜਾਾਂਗੇ ਇਟ ਕੈਨ ਬੀ ਅਪ ਟੂ $15,000 ਜੋ ਬਹੁਤ ਵਰਲਡ ਕਲਾਸ ਹੈਗੀਆਂ ਨੇ। ਬਟ ਸਾਡੀ ਜਿਹੜੀ ਕੈਟਾਗਰੀਜ਼ ਹੈਗੀਆਂ ਨੇ ਜੋ ਮੋਸਟ ਆਫ ਸਟੂਡੈਂਟ ਜਾਂਦੇ ਨੇ ਉਹਦੇ ਅੰਦਰ 6 to 8,000 ਦੀ ਤੁਸੀਂ ਰੇਂਜ ਲੈ ਕੇ ਚੱਲੋਗੇ। ਅਗਰ ਮਾਸਟਰ ਡਿਗਰੀ ਵਾਸਤੇ ਜਾ ਰਹੇ ਆ ਆਪਾਂ ਇਟ ਕੈਨ ਬੀ ਫਰਮ ਦਾ $8,000 to $11,000 ਪਰ
ਸਮੈਸਟਰ। ਜੀ। ਅਪਾਰਟ ਫਰਮ ਦੀ ਸਾਨੂੰ ਫੰਡ ਸ਼ੋ ਕਰਨਾ ਪੈਂਦਾ ਹੈ, ਆਪਾਂ ਨੂੰ ਫਾਈਨੈਂਸ਼ੀਅਲੀ ਜਿਹੜਾ ਹੈਗਾ ਫੰਡ ਸ਼ੋ ਕਰਨੇ ਪੈਂਦੇ ਨੇ, ਉਹਦੇ ਵਾਸਤੇ ਜ਼ਰੂਰਤ ਹੁੰਦੀ ਹੈ ਆਪਣੇ ਫਾਈਨੈਂਸ਼ੀਅਲੀ ਸਾਊਂਡ ਪ੍ਰੂਫ ਕਰਨ ਦੀ। ਉਹਦੇ ਵਾਸਤੇ ਆਪਾਂ ਰਿਕਮੈਂਡ ਕਰਾਂਗੇ ਕੋਈ ਵੀ ਬੱਚਾ ਅਗਰ USA ਦਾ ਵੀਜ਼ਾ ਅਪਲਾਈ ਕਰਨਾ ਚਾਹੁੰਦਾ ਹੈ, ਆਲਮੋਸਟ ਉਹਨੂੰ 25 ਲੱਖ ਰੁਪੀਸ ਟੂ 30 ਲੱਖ ਰੁਪੀਸ, ਓਕੇ, ਚਾਹੇ ਉਹ 1 ਡੇ 올ਡ ਫੰਡ ਸ਼ੋ ਕਰ ਦੇਣ, 25 ਲੱਖ ਰੁਪੀਸ ਤੋਂ 30 ਲੱਖ ਰੁਪੀਸ ਆਪਣੇ ਪੇਰੈਂਟਸ ਦੇ ਅਕਾਊਂਟ ਦੇ ਅੰਦਰ ਜਾਂ ਫਿਰ ਰਿਲੇਟਿਵ ਦੇ ਅਕਾਊਂਟ ਦੇ ਅੰਦਰ ਵੀ ਸ਼ੋ ਕਰ ਸਕਦੇ ਨੇ। ਬਟ ਬੈਸਟ ਆਪਾਂ ਐਡਵਾਈਸ ਕਰਾਂਗੇ ਕਿ ਆਪਣੇ ਪੇਰੈਂਟਸ ਦੇ ਅਕਾਊਂਟ ਦੇ ਅੰਦਰ ਹੀ ਉਹ ਪੈਸਾ ਸ਼ੋ ਕੀਤਾ ਜਾਏ। ਬਿਲਕੁਲ ਬਿਲਕੁਲ। ਇਹਦੇ ਵਿੱਚ ਸਭ ਤੋਂ ਅੱਛੀ ਚੀਜ਼ ਹੈ ਕਿ US ਇਮੀਗ੍ਰੇਸ਼ਨ ਸੋਰਸ ਡਿਮਾਂਡ ਨਹੀਂ ਕਰਦੀ ਕਿ ਤੁਹਾਡੇ ਕੋਲ ਪੈਸਾ ਕਿੱਥੋਂ ਆਇਆ, ਤੇ ਅਗਰ ਤੁਹਾਡੇ ਕੋਲ 1 ਡੇ 올ਡ ਤੁਸੀਂ ਅੱਜ ਵੀ ਆਪਣੇ ਅਕਾਊਂਟ 'ਚ ਪਾਓ ਤੇ ਤੁਸੀਂ ਕੱਲ ਵੀ ਉਹਨਾਂ ਨੂੰ ਸ਼ੋ ਕਰ ਸਕਦੇ ਹੋ। ਸੋ ਇਟਸ ਅ ਬਿਗ ਥਿੰਗ। ਬਿਲਕੁਲ ਬਿਲਕੁਲ। ਸੋ USA ਦੀ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਪੂਰੀ ਜਾਣਕਾਰੀ ਹਰ ਇੱਕ ਪੁਆਇੰਟ ਤੁਹਾਡੇ ਨਾਲ ਸਾਂਝਾ ਕੀਤਾ ਜਾਵੇ, ਪਰ ਕੋਈ ਪੁਆਇੰਟ ਸਾਡੇ ਤੋਂ ਰਹਿ ਗਿਆ ਹੋਵੇ, ਤੁਹਾਡੇ ਮਨ ਵਿੱਚ ਸਵਾਲ ਚੱਲ ਰਿਹਾ ਤਾਂ ਕਾਲ ਜ਼ਰੂਰ ਕਰ ਲਓ, ਆਪਣੇ ਮਨ ਵਿੱਚ ਕੋਈ ਡਾਊਟ ਨਾ ਰੱਖਣਾ। ਅੱਗੋਂ ਆਪਾਂ UK ਵੱਲ ਮੂਵ ਕਰਦੇ ਹਾਂ, UK ਦੀ ਗੱਲ ਕਰਦੇ ਹਾਂ ਤਾਂ UK ਵੀ ਅੱਜ ਦੇ ਟਾਈਮ ਵਿੱਚ ਬਹੁਤ ਅੱਛੀ ਆਪਸ਼ਨ ਹੈ ਸਟੂਡੈਂਟਸ ਲਈ, ਬਹੁਤ ਸਾਰੀ ਅੱਛੀ ਓਪਰਚੁਨਿਟੀਜ਼ ਨੇ। ਡਿਟੇਲ ਵਿੱਚ ਸਾਰੀ ਗੱਲ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ UK ਦੇ ਲਈ ਹੁਣ ਕਿਹੜੇ ਸਟੂਡੈਂਟਸ ਅਪਲਾਈ ਕਰਨ ਤਾਂ ਉਹਨਾਂ ਲਈ ਬਹੁਤ ਅੱਛਾ ਟਾਈਮ ਹੈ। देखो मैं जो पहले भी बोला है कि यूके ਦੇ ਅੰਦਰ ਅਗਰ ਬੈਚਲਰ ਡਿਗਰੀ ਕੀਤੀ ਹੈ ਔਰ ਸਪਾਊਸ ਕੇਸ ਜਾਣਾ ਚਾਹੁੰਦਾ ਹੈ, ਉਹਨੂੰ ਤਾਂ ਸਟਰੋਂਗਲੀ ਰਿਕਮੈਂਡ ਕਰਾਂਗੇ ਕਿ यूके ਜਾਣਾ ਚਾਹੀਦਾ ਉਹਨੂੰ। ਹੁਣ यूके ਔਰ USA ਦੇ ਅੰਦਰ ਵੀ ਥੋੜਾ ਜਿਹਾ ਅਗਰ ਮਾਸਟਰ ਡਿਗਰੀ ਦਾ ਆਪਾਂ ਡਿਫਰੈਂਸ ਦੇਖ ਲਈਏ, ਮਾਸਟਰ ਡਿਗਰੀ ਜਿਹੜੀ USA ਦੇ ਅੰਦਰ ਹੈ ਉਹ 2 ਇਅਰਸ ਦੀ ਸੀਗੀ, ਆਸਟ੍ਰੇਲੀਆ ਦੇ ਅੰਦਰ 2 ਇਅਰਸ ਹੈ। ਜੋ ਡਿਵੈਲਪਡ ਕੰਟਰੀਜ਼ ਹੈਗੀਆਂ ਨੇ, UK ਇਜ਼ ਦਾ ਓਨਲੀ ਵਨ ਡੈਸਟੀਨੇਸ਼ਨ ਜਿੱਥੇ ਤੁਸੀਂ 1 ਇਅਰ ਦੇ ਅੰਦਰ ਮਾਸਟਰ ਡਿਗਰੀ ਕਰ ਸਕਦੇ ਹੋ। ਜੀ ਜੀ ਜੀ। ਜਾਂ ਫਿਰ 1.5 ਇਅਰ ਦੇ ਅੰਦਰ ਵਿਦ ਪਲੇਸਮੈਂਟ ਤੁਸੀਂ ਆਪਣੀ ਡਿਗਰੀ ਕਰ ਸਕਦੇ ਹੈਗੇ ਹੋ। ਇਹਦੇ ਅੰਦਰ ਆਪਾਂ ਜਿਹੜੀ ਸਪਾਊਸ ਕੇਸ ਦੀ ਗੱਲ ਕੀਤੀ ਹੈਗੀ ਹੈ, ਹਸਬੈਂਡ ਨੂੰ ਉਹਦੇ ਅੰਦਰ ਜਾਂ ਹਸਬੈਂਡ ਜਾਂ ਵਾਈਫ ਕੋਈ ਵੀ ਸਪਾਊਸ ਜਾ ਰਿਹਾ ਹੈਗਾ ਐਪਲੀਕੈਂਟ, ਉਹਨੂੰ ਉਹ ਨਾਲ ਹੀ ਉਹਦੇ ਫਲਾਈ ਕਰ ਸਕਦੇ, ਦੋਨੋਂ ਇਕੱਠੇ ਫਲਾਈ ਕਰ ਸਕਦੇ। ਜੀ ਬਿਲਕੁਲ, ਜੋ ਕਿ ਆਸਟ੍ਰੇਲੀਆ ਦੇ ਅੰਦਰ ਸੀਗਾ। ਇਹ ਪੁਆਇੰਟ ਬਹੁਤ ਲੋਕਾਂ ਦੇ ਕੰਸਰਨ ਦਾ ਹੁੰਦਾ ਹੈ ਕਿਉਂਕਿ ਹਮੇਸ਼ਾ ਸਭ ਨੂੰ ਇਹ ਹੁੰਦਾ ਹੈ ਕਿ ਅਸੀਂ ਇਕੱਠੇ ਜਾਵਾਂਗੇ ਕਿ ਅਸੀਂ ਬਾਅਦ ਵਿੱਚ ਜਾਵਾਂਗੇ। ਸੋ ਅੱਛਾ ਪੁਆਇੰਟ ਹੈ ਕਿ ਇਕੱਠੇ ਜਾ ਸਕਦੇ, ਦੋਨੋਂ ਇਕੱਠੇ ਫਲਾਈ ਕਰ ਸਕਦੇ ਆ ਜੀ UK ਦੇ ਅੰਦਰ ਔਰ USA ਦੇ ਅੰਦਰ ਵੀ ਇਕੱਠੇ ਫਲਾਈ ਕਰ ਸਕਦੇ ਆ। ਬਟ ਆਪਾਂ USA 'ਚ ਰਿਕਮੈਂਡ ਕਰਦੇ ਆ ਕਿ ਪਹਿਲੇ ਆਪਾਂ ਲੜਕੀ ਦਾ ਵੀਜ਼ਾ ਲੈ ਲਈਏ ਔਰ ਬਾਅਦ 'ਚ ਲੜਕੇ ਦਾ ਵੀਜ਼ਾ ਲਈਏ। UK ਦੇ ਅੰਦਰ ਵੀ ਆਪਾਂ ਸੇਮ ਇਦਾਂ ਹੀ ਕਰ ਸਕਦੇ ਆ, ਬਟ ਫਲਾਈ ਉਹ ਇੱਕ ਫਲਾਈਟ ਦੇ ਅੰਦਰ ਜਾ ਸਕਦੇ ਹੈਗੇ ਨੇ। ਅੱਜ ਦੀ ਡੇਟ ਦੇ ਅੰਦਰ ਕੰਸਰਨ ਔਰ ਹਸਬੈਂਡ ਵਾਈਫ ਦੇ ਝਗੜੇ ਸ਼ੁਰੂ ਹੀ ਇਸ ਤੋਂ ਬਾਅਦ ਹੁੰਦੇ ਨੇ ਕਿ ਹਸਬੈਂਡ ਵਾਈਫ ਜੋ ਹੈ ਫਲਾਈ ਕਰ ਜਾਂਦੀ ਔਰ ਹਸਬੈਂਡ ਜੋ ਹੈਗਾ ਇੱਥੇ ਰਹਿ ਜਾਂਦਾ ਹੈ। ਫਿਰ ਉਹਦੇ ਅੰਦਰ ਥੋੜੇ ਡਿਫਰੈਂਸਿਸ ਕ੍ਰੀਏਟ ਹੋਣੇ ਸ਼ੁਰੂ ਹੋ ਜਾਂਦੇ ਨੇ। ਫਿਰ ਉਸ ਤੋਂ ਬਾਅਦ ਡਿਸਪਿਊਟਸ ਜੋ ਆਪਾਂ ਐਸਡੀਜ਼ ਅੱਜ ਦੀ ਡੇਟ ਦੇ ਅੰਦਰ ਬਹੁਤ ਜ਼ਿਆਦਾ ਇਸ਼ੂ ਦੇਖ ਰਹੇ ਹੈਗੇ ਆ। ਤੇ ਆਪਾਂ ਇਹ ਦੇਖਾਂਗੇ ਕਿ ਥੋੜਾ ਇੱਥੇ ਸਾਡੇ ਜਿਹੜੇ ਕੰਸਲਟੈਂਟਸ ਭਰਾ ਹੈਗੇ ਨੇ ਉਹਨਾਂ ਨੂੰ ਵੀ ਸਟਰੋਂਗਲੀ ਐਡਵਾਈਸ ਕਰਨਾ ਚਾਹੀਦਾ ਹੈ ਕਿ ਜਿਹਦੇ ਅੰਦਰ ਕੋਸ਼ਿਸ਼ ਹੈ ਕਰਨ ਕਿ ਬੱਚੇ ਦੋਨੋਂ ਇਕੱਠੇ ਹੀ ਚਲੇ ਜਾਣ। ਔਰ ਮੈਂ +2 ਵਾਲਿਆਂ ਨੂੰ ਦੁਬਾਰਾ ਇੱਕ ਅਪੀਲ ਕਰਨਾ ਚਾਹੁੰਦਾ ਹਾਂ, ਪੇਰੈਂਟਸ ਨੂੰ ਵੀ ਬੋਲਣਾ ਚਾਹੁੰਦਾ, ਇੱਥੇ ਕਿਤੇ ਨਾ ਕਿਤੇ ਆਪਾਂ ਵੀ ਗਲਤੀ ਕਰਦੇ ਹਾਂ ਕਿ +2 ਬੇਸ ਤੇ ਸਪਾਊਸ ਕੇਸ ਨਾ ਅਪਲਾਈ ਕੀਤਾ ਜਾਏ। ਬਿਲਕੁਲ ਸਹੀ ਗੱਲ ਕਿਹਾ ਤੁਸੀਂ, ਕਿਉਂਕਿ +2 ਉਮਰ ਦੇ ਬੱਚੇ ਬੜੇ ਛੋਟੇ ਹੁੰਦੇ ਆ, ਬੜੀ ਹਲਕੀ ਉਮਰ ਹੁੰਦੀ ਹੈ, 18 ਸਾਲ ਨਹੀਂ ਲੈ ਸਕਦੇ ਕੋਈ ਵੀ। ਬਿਲਕੁਲ, ਇਹ ਦੇਖੋ ਇੱਕ ਬੱਚਾ ਜਦੋਂ ਫਲਾਈ ਕਰਦਾ ਹੈ ਇੰਡੀਆ ਦੇ ਅੰਦਰ, ਉਹ ਬੱਚਾ +2 ਜਦੋਂ ਉਹਨੇ ਕੀਤੀ ਹੁੰਦੀ ਹੈ ਤੇ ਉਹ ਚਾਹ ਜਾਂ ਪਾਣੀ ਦਾ ਗਿਲਾਸ ਵੀ ਉਹਦੀ ਮਦਰ ਜਾਂ ਫਾਦਰ ਉਹਨੂੰ ਦਿੰਦੇ ਨੇ ਔਰ ਉਹ ਪੀਂਦਾ ਹੈਗਾ। ਔਰ ਫੋਰਨ ਦੇ ਅੰਦਰ ਜਦੋਂ ਬੱਚਾ ਇੱਕ ਵਾਰ ਚਲਾ ਗਿਆ ਅਬਰੋਡ ਅੰਦਰ, ਬੱਚੇ ਨੇ ਸਟੱਡੀ ਆਪਣੇ ਆਪ ਕਰਨੀ ਹੈ, ਯੂਨੀਵਰਸਿਟੀ ਜਾਂ ਕਾਲਜ ਦੇ ਅੰਦਰ ਜਾ ਰਿਹਾ ਜੀ, ਔਰ ਅਗਰ ਉਹ ਅਨਮੈਰਿਡ ਹੈ, ਉਹਨੇ ਆਪਣੇ ਆਪ ਹੀ ਆਪਣੇ ਕੱਪੜੇ ਧੋਣੇ ਨੇ, ਆਪਣੇ ਆਪ ਹੀ ਉਹਨੇ ਸਭ ਕੰਮ ਕਰਨਾ ਹੈਗਾ, ਆਪਣੇ ਆਪ ਉਹਨੇ ਜੌਬ ਵੀ ਫਾਈਂਡ ਆਊਟ ਕਰਨੀ ਹੈ। ਇੱਕ +2 ਵਾਲਾ ਬੱਚਾ ਇੰਨਾ ਬਰਡਨ, ਉੱਪਰੋਂ ਸਾਡੇ ਪੇਰੈਂਟਸ ਕੀ ਕਰਦੇ ਨੇ, ਉਹਦੀ ਮੈਰਿਜ ਕਰ ਦਿੰਦੇ ਨੇ। ਉਹਨਾਂ ਨੇ ਆਪਣੀ ਫੈਮਿਲੀ ਨੂੰ ਤਾਂ ਮੈਨੇਜ ਕਰਨਾ ਹੀ ਕਰਨਾ, ਇਨ-ਲॉज ਨੂੰ ਵੀ ਮੈਨੇਜ ਕਰਨਾ। ਇੱਕ 18 ਸਾਲ ਦਾ ਬੱਚਾ ਆਪਾਂ ਕਿਵੇਂ ਐਕਸਪੈਕਟ ਕਰ ਸਕਦੇ ਹੈਗੇ ਆ ਕਿ ਇੰਨਾ ਕੁਝ ਮੈਨੇਜ ਕਰ ਲੇਗਾ। ਇੱਥੇ ਕਿਤੇ ਨਾ ਕਿਤੇ ਸਾਡੇ ਪੇਰੈਂਟਸ ਦਾ ਵੀ ਰੋਲ ਹੈਗਾ ਜੋ ਸਾਡੇ ਬੱਚਿਆਂ ਨੂੰ ਇੰਨੀ ਜਲਦੀ, ਅਗਰ ਤੁਸੀਂ ਸਪੋਜ਼ ਕੋਈ ਪੇਰੈਂਟਸ ਜਾਂ ਲੜਕੀ ਫਾਈਨੈਂਸ਼ੀਅਲੀ ਵੀਕ ਹੈਗੇ ਆ, ਮੈਂ ਉਹਦੇ ਸਟਰੋਂਗਲੀ ਰਿਕਮੈਂਡ ਇਹ ਵੀ ਕਰਾਂਗਾ ਕਿ ਉਹਨਾਂ ਨੂੰ ਗ੍ਰੈਜੂਏਸ਼ਨ ਕਰਵਾ ਦਿਓ ਇੰਡੀਆ ਦੇ ਅੰਦਰ। ਜਲਦਬਾਜ਼ੀ ਨਾ ਕਰੋ, ਤੁਸੀਂ ਗ੍ਰੈਜੂਏਸ਼ਨ ਕਰਵਾਓ, ਗ੍ਰੈਜੂਏਸ਼ਨ ਤੋਂ ਬਾਅਦ ਮੈਰਿਜ ਕਰੋ, ਫਿਰ ਉਹਨੂੰ ਫਲਾਈ ਕਰਵਾ ਦਿਓ। ਉਹਦੇ ਨਾਲ ਕਦੀ ਵੀ ਤੁਹਾਨੂੰ ਇਹ ਪ੍ਰੋਬਲਮਸ ਨਹੀਂ ਦੇਖਣ ਨੂੰ ਮਿਲਣਗੀਆਂ। 3 ਸਾਲ ਬੱਚਾ ਵੀ ਕਾਲਜ ਲਾਈਫ ਦੇ ਅੰਦਰ ਬਹੁਤ ਕੁਝ ਸਿੱਖ ਜਾਂਦਾ ਹੈ ਔਰ ਬੜੇ ਆਰਾਮ ਨਾਲ ਆਪਣਾ ਇਨ-ਲॉज ਜਾਂ ਲॉज ਫੈਮਿਲੀ, ਆਪਣਾ ਕੰਮ ਸਭ ਕੁਝ ਮੈਨੇਜ ਕਰ ਸਕਦਾ ਹੈ। ਉਹਦੇ ਵਾਸਤੇ ਸਾਡੇ ਪੇਰੈਂਟਸ ਨੂੰ ਔਰ ਬੱਚਿਆਂ ਨੂੰ ਮੈਂਟਲੀ ਪ੍ਰਿਪੇਅਰ ਹੋਣਾ ਜ਼ਰੂਰੀ ਹੈ। ਬਿਲਕੁਲ ਸਹੀ ਗੱਲ ਤੁਸੀਂ ਕਹੀ, ਕਿਉਂਕਿ ਸਿਕਿਉਰ ਹੀ ਹੁੰਦਾ ਹੈ ਕਿ ਅਗਰ ਬਾਅਦ ਵਿੱਚ ਹਸਬੈਂਡ ਨੇ ਵੀ ਜਾਣਾ ਤਾਂ ਇਕੱਠੇ ਕੋਈ ਅਸੀਂ ਪ੍ਰੋਗਰਾਮ ਹੈ ਹੀ ਚੂਜ਼ ਕੀਤਾ ਜਾਏ, ਚਾਹੇ ਥੋੜਾ ਟਾਈਮ ਲਾ ਜਾਏ, ਪਰ ਇਕੱਠੇ ਦੋਨੋਂ ਜਣੇ ਜਾਣ ਤਾਂ ਕਿ ਉਹ ਇੱਕ ਦੂਜੇ ਦੀ ਪਾਵਰ ਬਣ ਸਕਣ, ਇੱਕ ਦੂਜੇ ਨੂੰ ਹੈਲਪ ਕਰ ਸਕਣ। ਇਹ ਨਹੀਂ ਕਿ ਇੱਕ ਦੇ ਸਿਰ ਹੀ ਬਹੁਤ ਜ਼ਿਆਦਾ ਬਰਡਨ ਆ ਜਾਏ। ਤੇ ਆਪਾਂ UK ਦੀ ਹੋਰ ਗੱਲ ਕਰੀਏ ਤਾਂ ਤੁਸੀਂ ਮਾਸਟਰ ਪ੍ਰੋਗਰਾਮ ਦੀ ਗੱਲ ਕੀਤੀ ਹੈ, ਤੁਸੀਂ ਆਪਾਂ ਅਗਰ +2 ਸਟੂਡੈਂਟਸ ਦੀ ਗੱਲ ਕਰੀਏ, ਗ੍ਰੈਜੂਏਸ਼ਨ ਪ੍ਰੋਗਰਾਮਸ ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਦੇ ਪ੍ਰੋਗਰਾਮਸ ਨੇ, ਖਾਸ ਤੌਰ ਤੇ ਕਿਹੜੀ ਖਾਸ ਕੋਈ ਪਾਰਟਿਕੂਲਰ ਫੀਲਡ ਹੈ ਕਿ ਜਿਸ ਦਾ ਖਾਸ ਫਾਇਦਾ ਸਟੂਡੈਂਟਸ ਨੂੰ ਮਿਲ ਸਕਦਾ ਹੈ? ਜੀ UK ਦੇ ਅੰਦਰ ਤੁਸੀਂ ਐਸਾ ਜਿਵੇਂ ਪਹਿਲੇ ਵੀ ਮੈਂ ਡਿਸਕਸ ਕੀਤਾ ਕਿ ਕੋਸ਼ਿਸ਼ ਕਰੋ ਕਿ ਆਪਣੇ ਰੈਲੀਵੈਂਟ ਫੀਲਡ ਵਿੱਚ ਹੀ ਤੁਸੀਂ ਜਾਓ ਜੋ ਤੁਸੀਂ ਆਪਣੀ ਪ੍ਰੀਵੀਅਸ ਸਟੱਡੀਜ਼ ਕੀਤੀਆਂ ਨੇ।
ਸੇਮ ਫੀਲਡ 'ਚ ਅਗਰ ਤੁਸੀਂ ਜਾਓਗੇ ਉਹ ਮਚ ਬੈਨੀਫੀਸ਼ੀਅਲ ਰਹਿੰਦਾ, ਬਟ ਐਸ ਸੱਚ ਅਗਰ ਸਮ ਟਾਈਮ ਕੀ ਹੁੰਦਾ ਕਿ ਆਪਾਂ ਕੀਤੀ ਤਾਂ ਸਿਵਲ ਇੰਜੀਨੀਅਰਿੰਗ ਹੋਈ ਹੈ ਬਟ ਸਟਿਲ ਅਸੀਂ ਦੁਬਾਰਾ ਸਿਵਲ ਨਹੀਂ ਕਰਨਾ ਚਾਹੁੰਦੇ ਔਰ ਅਸੀਂ MBA ਹੀ ਕਰਨਾ ਚਾਹੁੰਦੇ, ਦੈਨ ਤੁਸੀਂ ਜਸਟੀਫਿਕੇਸ਼ਨ ਦੇ ਨਾਲ ਤੁਸੀਂ ਜਾ ਸਕਦੇ ਹੋ। ਐਂਡ UK ਇਮੀਗ੍ਰੇਸ਼ਨ ਦੇ ਵਿੱਚ ਜੋ ਬੈਸਟ ਥਿੰਗ ਹੈਗੀ ਕਿ ਯੂਨੀਵਰਸਿਟੀਜ਼ ਪਹਿਲੇ ਇੰਟਰਵਿਊ ਲੈਂਦੀਆਂ ਨੇ, ਸੇ ਤੁਸੀਂ ਆਪਣਾ ਜੋ ਫੀਲਡ ਆਫ ਚੋਇਸ ਹੈ ਤੁਸੀਂ ਅੱਛੇ ਤੋਂ ਐਕਸਪਲੇਨ ਕਰ ਸਕਦੇ ਹੋ ਕਿ ਮੈਂ ਕਿਉਂ ਚੂਜ਼ ਕੀਤਾ ਹੈਗਾ। ਕਿਉਂਕਿ ਸਮ ਟਾਈਮ ਹੁੰਦਾ ਹੈ ਕਿ ਅਸੀਂ ਪੇਰੈਂਟਸ ਦੇ ਪ੍ਰੈਸ਼ਰ 'ਚ ਕੋਈ ਹੋਰ ਫੀਲਡ ਲੈ ਲੈਂਦੇ ਹਾਂ ਬਟ ਸਾਡੀ ਉਹ ਪਰਟੀਕੁਲਰ ਚੋਇਸ ਨਹੀਂ ਹੁੰਦੀ, ਤਾਂ UK ਤੁਹਾਨੂੰ ਓਪਰਚੁਨਿਟੀ ਦਿੰਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਐਕਸਪਲੇਨ ਕਰ ਲਓ ਕਿ ਤੁਸੀਂ ਕਿਉਂ ਫੀਲਡ ਚੇਂਜ ਕਰ ਰਹੇ ਹੋ। ਔਰ ਅਗਰ ਸੇਮ ਅਸੀਂ ਅਗਰ ਐਲੀਜੀਬਿਲਿਟੀ ਦੀ ਗੱਲ ਕਰੀਏ ਤੇ ਤੁਸੀਂ IELTS ਕੀਤੀ ਹੈ ਜਾਂ ਨਹੀਂ ਕੀਤੀ, ਤੁਹਾਡੇ 70% ਮਾਰਕਸ ਹੈਗੇ ਨੇ +2 ਇੰਗਲਿਸ਼ ਤੇ ਤੁਸੀਂ ਐਲੀਜੀਬਲ ਹੋ ਵਿਦਆਊਟ IELTS ਵੀ UK ਦਾ ਵੀਜ਼ਾ ਅਪਲਾਈ ਕਰਨ ਲਈ। ਜੀ ਜੀ ਇੱਥੇ ਮੈਂ ਇੱਕ ਹੋਰ ਚੀਜ਼ ਐਡ ਕਰਨਾ ਚਾਹੁੰਦਾ, ਵਿਭਾ ਜੀ ਸ਼ਾਇਦ ਸਕਿਪ ਹੋ ਗਿਆ। ਅਗਰ ਮਾਸਟਰ ਡਿਗਰੀ ਦੇ ਅੰਦਰ ਬੱਚਾ ਜਾ ਰਿਹਾ ਜਾਂ ਬੈਚਲਰ ਡਿਗਰੀ ਦੇ ਅੰਦਰ ਜਾ ਰਿਹਾ, ਵਿਜ਼ਨ ਵੇ ਕੋਲ ਐਸੇ ਆਪਸ਼ਨਸ ਵੀ ਹੈਗੇ ਨੇ। ਅਗਰ ਬੱਚੇ ਨੇ 6 ਨੋਟ ਲੈਸ ਦੈਨ 5.5 ਬੈਂਡਸ ਹੈਗੇ ਨੇ, ਉਹ ਉਹਦੇ ਬੇਸ ਤੇ ਮਾਸਟਰ ਡਿਗਰੀ ਜਾਂ ਬੈਚਲਰ ਡਿਗਰੀ ਦੇ ਅੰਦਰ ਐਡਮਿਸ਼ਨ ਮਿਲੇਗਾ। ਸਾਡੇ ਕੋਲ ਗਵਰਨਮੈਂਟ ਯੂਨੀਵਰਸਿਟੀਜ਼ ਨੇ ਜੋ ਵਿਦਆਊਟ ਇੰਟਰਵਿਊ ਫॉर ਸੈਪਟੈਂਬਰ 2021 ਵਿਦਆਊਟ ਇੰਟਰਵਿਊ ਅਸੈਪਟ ਕਰ ਰਹੀਆਂ ਨੇ, ਵਿਦਆਊਟ ਇੰਟਰਵਿਊ ਕੈਸ਼ ਦੇ ਰਹੀਆਂ ਨੇ ਵਿਦ ਲੋਐਸਟ ਫੀਸ। ਤੇ ਸਟੂਡੈਂਟਸ ਕੋਈ ਵੀ ਅਗਰ ਸੈਪਟੈਂਬਰ 2021 ਦੇ ਅੰਦਰ UK ਦਾ ਵੀਜ਼ਾ ਅਪਲਾਈ ਕਰਨਾ ਚਾਹੁੰਦਾ ਹੈ, ਸਾਡੇ ਕੋਲ ਸੀਟਸ ਅਵੇਲੇਬਲ ਨੇ, ਉਹ ਆਪਣਾ ਵੀਜ਼ਾ ਅਪਲਾਈ ਕਰ ਸਕਦਾ ਹੈ। ਜੀ ਬਿਲਕੁਲ। ਸੋ ਤੁਸੀਂ ਬਹੁਤ ਹੀ ਖਾਸ ਗੱਲ ਕਹੀ ਕਿ ਵਿਦਆਊਟ ਇੰਟਰਵਿਊ, ਕਿਉਂਕਿ ਸਟੂਡੈਂਟਸ ਜ਼ਿਆਦਾਤਰ ਇੰਟਰਵਿਊ ਨੂੰ ਲੈ ਕੇ ਥੋੜਾ ਡਰ ਜਾਂਦੇ ਨੇ, ਭਾਵੇਂ ਉਹਨਾਂ ਵਿੱਚ ਕੌਨਫੀਡੈਂਟ ਹੋਣ ਪਰ ਇੰਟਰਵਿਊ ਦਾ ਜਿੱਥੇ ਨਾਮ ਆ ਜਾਂਦਾ ਉਹ ਆਪਣਾ ਕੌਨਫੀਡੈਂਸ ਲੂਜ਼ ਕਰ ਜਾਂਦੇ ਨੇ। ਤਾਂ ਇਹ ਤੁਸੀਂ ਖਾਸ ਗੱਲ ਕਹੀ ਕਿ ਸਤੰਬਰ 2021 ਲਈ ਅਗਰ ਅਪਲਾਈ ਕਰਨਾ ਚਾਹ ਰਹੇ ਨੇ ਵਿਦਆਊਟ ਇੰਟਰਵਿਊ ਕਰ ਸਕਦੇ ਨੇ ਅਪਲਾਈ। ਤੇ ਇਸ ਦੀ ਮੈਂ ਥੋੜੀ ਬੇਸਿਕਸ ਹੋਰ ਜ਼ਰੂਰ ਜਾਣਨਾ ਚਾਹਾਂਗੀ ਤਾਂ ਕਿ ਸਟੂਡੈਂਟਸ ਅਗਰ ਵੇਖ ਰਹੇ ਨੇ ਇਸ ਆਫਰ ਦਾ ਫਾਇਦਾ ਲੈਣਾ ਚਾਹੁੰਦੇ ਨੇ ਕਿ ਵਿਦਆਊਟ ਇੰਟਰਵਿਊ ਅਪਲਾਈ ਕਰਨ, ਤਾਂ ਕਿਹੜੇ ਸਟੂਡੈਂਟਸ ਹੁਣ ਫਟਾਫਟ, ਕਿਉਂਕਿ ਟਾਈਮ ਵੀ ਘੱਟ ਰਹਿ ਗਿਆ ਤੇ ਡਾਕੂਮੈਂਟਸ ਦਾ ਵੀ ਕੰਮ ਬਹੁਤ ਸਾਰਾ ਹੁੰਦਾ, ਤਾਂ ਕਿਹੜੇ ਸਟੂਡੈਂਟਸ ਹੁਣ ਆਪਣੇ ਡਾਕੂਮੈਂਟਸ ਤਿਆਰ ਕਰਕੇ ਫਟਾਫਟ ਅਪਲਾਈ ਕਰ ਸਕਦੇ ਨੇ? ਦੇਖੋ, ਉਹਦੇ ਅੰਦਰ ਸਿੰਪਲ ਹੈ ਕਿ ਬੈਚਲਰ ਔਰ ਮਾਸਟਰ ਡਿਗਰੀ ਦੋਨੋਂ ਬੱਚੇ ਸਤੰਬਰ 2021 ਵਾਸਤੇ ਅੱਜ ਦੀ ਡੇਟ 'ਚ ਅਵੇਲੇਬਲ ਨੇ। ਤੇ ਜਿਨ੍ਹਾਂ ਦੇ ਹਲੇ ਰਿਜ਼ਲਟ ਨਹੀਂ ਆਏ ਸਟੂਡੈਂਟਸ ਉਹ, ਹਾਂ, ਵੀ ਕੁਝ ਯੂਨੀਵਰਸਿਟੀਜ਼ ਐਸੀ ਹੈਗੀ ਨੇ ਜਿਨ੍ਹਾਂ ਕੋਲ ਸਾਡੇ ਕੋਲ ਸਤੰਬਰ ਵੀ ਔਰ ਅਕਤੂਬਰ ਵੀ, ਔਰ ਉਸ ਤੋਂ ਬਾਅਦ ਅਪਕਮਿੰਗ 2 ਮੰਥਸ ਦੇ ਬਾਅਦ ਜਨਵਰੀ ਵੀ ਆ ਰਿਹਾ ਹੈ। ਤੇ UK ਦੇ ਅੰਦਰ ਬੜਾ ਸਿੰਪਲ ਸਿਸਟਮ ਹੈ ਕਿ ਯੂ ਹੈਵ ਟੂ ਪੇ ਯੋਰ ਫੀਸ ਔਰ 28 ਦਿਨ ਪੁਰਾਣੇ ਤੁਸੀਂ ਫੰਡ ਦਿਖਾਣੇ ਨੇ। ਅਗਰ ਤੁਸੀਂ 1 ਸਾਲ ਦੀ ਫੀਸ ਪੇ ਕਰ ਰਹੇ ਹੋ ਔਰ ਲੰਡਨ ਦੇ ਵਿੱਚ ਜਾਣਾ ਚਾਹੁੰਦੇ ਹੋ, ਤੁਹਾਨੂੰ ਕਰੀਬ 12.5 ਲੱਖ ਤੋਂ 13 ਲੱਖ ਰੁਪਏ ਸ਼ੋ ਕਰਨਾ ਪਏਗਾ। ਔਰ ਅਗਰ ਤੁਸੀਂ ਆਊਟਰ ਲੰਡਨ ਨਹੀਂ ਜਾ ਰਹੇ ਹੋ ਫਿਰ ਤੁਹਾਨੂੰ ਕਰੀਬ 9.5 ਤੋਂ 10 ਲੱਖ ਰੁਪਏ ਤੁਹਾਨੂੰ ਸ਼ੋ ਕਰਨਾ ਪਏਗਾ। ਐਕਚੁਅਲੀ ਅਮਾਉਂਟ ਅਗਰ ਪਾਉਂਡ ਦੇ ਵਿੱਚ ਗੱਲ ਕਰੀਏ, ਇਨਰ ਲੰਡਨ ਦੇ ਵਿੱਚ 12,004 ਹੈ ਔਰ ਜੋ ਆਊਟਰ ਲੰਡਨ ਦੇ ਵਿੱਚ ਹੈ ਮੇਰੇ ਖਿਆਲ ਤੋਂ 9207 ਹੈ। ਜੀ ਜੀ ਜੀ। ਤੇ ਇਸ ਦਾ ਪ੍ਰੋਸੈਸਿੰਗ ਟਾਈਮ ਕਿੰਨਾ ਰਹਿੰਦਾ ਅਗਰ UK ਲਈ ਫਾਈਲ ਲਗਾਉਂਦੇ ਆ? ਦੇਖੋ, ਅਗਰ ਅੱਜ ਬੱਚਾ ਅੱਜ ਅਪਲਾਈ ਕਰ ਰਿਹਾ ਸਾਡੇ ਕੋਲ ਵਿਦਿਨ 2 ਮੰਥਸ ਆਪਾਂ ਉਹਨੂੰ ਫ੍ਰੀ ਕਰ ਸਕਦੇ ਹੈਗੇ। ਜੀ ਬਿਲਕੁਲ। ਜੀ ਬਿਲਕੁਲ। ਸੋ ਤੁਸੀਂ ਵੀ ਇਸ ਟਾਈਮ ਦਾ ਫਾਇਦਾ ਜ਼ਰੂਰ ਚੱਕ ਸਕਦੇ ਹੋ, ਕਿਉਂਕਿ ਕਾਫੀ ਟਾਈਮ ਤੋਂ ਜੋ ਕਰੋਨਾ ਕਰਕੇ ਲੋਕਡਾਊਨ ਕਰਕੇ ਸਭ ਚੀਜ਼ਾਂ ਰੁਕੀਆਂ ਹੋਈਆਂ ਸੀ, ਪੇਰੈਂਟਸ ਜਾਂ ਸਟੂਡੈਂਟਸ ਸਹੀ ਡਿਸੀਜਨ ਨਹੀਂ ਲੈ ਪਾ ਰਹੇ ਸੀ ਕੀ ਕਰੀਏ ਕੀ ਨਾ ਕਰੀਏ। ਸੋ ਅੱਜ ਦੇ ਟਾਈਮ ਵਿੱਚ ਤੁਹਾਡੇ ਕੋਲ ਬਹੁਤ ਅੱਛੀ ਆਪਸ਼ਨਸ ਨੇ। USA ਬਾਰੇ ਗੱਲ ਕੀਤੀ, UK ਬਾਰੇ ਗੱਲ ਕੀਤੀ ਤੇ ਰੀਸੈਂਟ ਜਿਹੜਾ ਕਮਿੰਗ ਇਨਟੇਕ ਹੈ ਸਤੰਬਰ 2021 ਦਾ, ਇੱਥੇ ਤੁਸੀਂ ਵਿਦਆਊਟ ਇੰਟਰਵਿਊ, ਮੈਂ ਸਪੈਸ਼ਲੀ ਇਸ ਨੂੰ ਗੱਲ ਨੂੰ ਹਾਈਲਾਈਟ ਕਰਕੇ ਬੋਲ ਰਹੀ ਹਾਂ ਕਿਉਂਕਿ ਜ਼ਿਆਦਾਤਰ ਸਟੂਡੈਂਟਸ ਇੰਟਰਵਿਊਜ਼ ਤੋਂ ਥੋੜੇ ਘਬਰਾ ਜਾਂਦੇ ਨੇ, ਤਾਂ ਜਿਹੜੇ ਇੰਟਰਵਿਊਜ਼ ਤੋਂ ਘਬਰਾਉਂਦੇ ਨੇ ਉਹਨਾਂ ਲਈ ਤਾਂ ਬਹੁਤ ਅੱਛੀ ਓਪਰਚੁਨਿਟੀ ਹੈ। ਸੋ ਤੁਸੀਂ ਅਪਲਾਈ ਕਰ ਸਕਦੇ ਹੋ। ਉਹਦੇ ਲਈ ਇਹ ਹੈ ਕਿ ਤੁਹਾਨੂੰ ਹੁਣੇ ਹੀ ਅੱਜ ਹੀ ਅਗਰ ਤੁਸੀਂ ਇਹਦੇ ਬਾਰੇ ਪੂਰੀ ਜਾਣਕਾਰੀ ਲੈ ਕੇ ਡਾਕੂਮੈਂਟਸ ਲੈ ਕੇ ਆਪਣੇ ਪ੍ਰੋਸੈਸ ਕਰਵਾਓ ਫਾਈਲ, ਤਾਂ ਹੀ ਤੁਹਾਡਾ ਜੋ ਹੈ ਸਤੰਬਰ ਤੱਕ ਦਾ ਜੋ ਹੈ ਫਾਈਲ ਲੱਗ ਸਕੇਗੀ, ਵੀਜ਼ਾ ਆ ਸਕੇਗਾ। ਤੇ ਤੁਸੀਂ ਵਿਜ਼ਨ ਵੇ ਦੇ ਨਾਲ ਆਪਣਾ ਕੰਟੈਕਟ ਕਰ ਸਕਦੇ ਹੋ ਤੇ ਨੰਬਰ ਜੋ ਹੈ ਲਗਾਤਾਰ ਸਕਰੀਨ ਦੇ ਉੱਪਰ ਡਿਸਪਲੇ ਹੋ ਰਿਹਾ, ਇਸ ਉੱਪਰ ਕਾਲ ਕਰ ਸਕਦੇ ਹੋ। ਚੰਡੀਗੜ੍ਹ, ਨਵਾਂ ਸ਼ਹਿਰ, ਕੋਟਕਪੂਰਾ, ਬਲਾਚੌਰ ਅਤੇ ਅੰਬਾਲਾ ਦੇ ਵਿੱਚ ਇਹਨਾਂ ਦੇ ਆਫਿਸ ਨੇ। ਤੁਸੀਂ ਆਪਣੇ ਡਾਕੂਮੈਂਟਸ ਲੈ ਕੇ ਇੱਥੇ ਪਹੁੰਚੋ, ਵਿਜ਼ਿਟ ਕਰੋ, ਆਪਣੇ ਜੋ ਡਾਕੂਮੈਂਟਸ ਹੈ ਉਸ ਨੂੰ ਅਸੈਸ ਕਰਵਾਓ ਔਰ ਦੇਖੋ ਕਿ ਤੁਸੀਂ ਫਟਾਫਟ ਕਿਵੇਂ ਅਪਲਾਈ ਕਰ ਸਕਦੇ ਹੋ। ਤੇ ਜਾਂਦੇ ਜਾਂਦੇ ਮੈਂ ਚਾਹੂੰਗੀ ਕਿ ਤੁਸੀਂ ਦਰਸ਼ਕਾਂ ਨੂੰ ਕੁਝ ਖਾਸ ਕਹਿਣਾ ਚਾਹੁੰਦੇ ਹੋ, ਛੋਟਾ ਜਿਹਾ ਮੈਸੇਜ। ਅਗਰ ਤੁਸੀਂ ਮੈਨੂੰ ਜਾਂ ਵਿਭਾ ਨੂੰ ਮਿਲਣਾ ਚਾਹੁੰਦੇ ਹੋ, ਫਰੋਮ ਲਾਸਟ 14 ਇਅਰਸ ਤੋਂ ਆਪਾਂ ਇਸ ਇੰਡਸਟਰੀ ਦੇ ਵਿੱਚ ਹੈਗੇ ਆ। ਜੈਨੂਅਨ ਐਡਵਾਈਸ ਲਈ ਤੁਸੀਂ ਆਪਣੇ ਨੰਬਰ ਨੀਚੇ ਜੋ ਦਿੱਤੇ ਹੋਏ ਨੇ ਸਕਰੀਨ ਤੇ, ਉਹਨਾਂ ਤੇ ਕਾਲ ਕਰਕੇ ਸਾਡੇ ਨਾਲ ਅਪਾਇੰਟਮੈਂਟ ਫਿਕਸ ਕਰ ਸਕਦੇ ਹੋ। ਅਲੱਗ-ਅਲੱਗ ਆਫਿਸਿਸ ਦੇ ਅਲੱਗ-ਅਲੱਗ ਡੇਜ਼ ਹੈਗੇ ਨੇ, ਤੁਸੀਂ ਉਹ ਨੰਬਰਸ ਤੇ ਕਾਲ ਕਰਕੇ ਆਪਣੀ ਅਪਾਇੰਟਮੈਂਟ ਫਿਕਸ ਕਰਕੇ ਸਾਨੂੰ ਮਿਲ ਸਕਦੇ ਹੋ ਫॉर ਅ ਜੈਨੂਅਨ ਐਡਵਾਈਸ ਆਈਦਰ ਫॉर ਐਨੀ ਕੰਟਰੀ। ਜੀ, ਸੋ ਤੁਹਾਡਾ ਬਹੁਤ-ਬਹੁਤ ਧੰਨਵਾਦ, ਤੁਸੀਂ ਸਾਡੇ ਅੱਜ ਇਸ ਸ਼ੋਅ ਦੇ ਵਿੱਚ ਆ ਕੇ USA ਔਰ UK ਬਾਰੇ ਡਿਟੇਲ ਵਿੱਚ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਤੁਹਾਡਾ ਬਹੁਤ-ਬਹੁਤ ਧੰਨਵਾਦ। ਤੇ ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਇਜਾਜ਼ਤ। ਧੰਨਵਾਦ।